ਹਫ਼ਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਡੂੰਘੇ ਗਮ ਦੇ ਵਿੱਚ ਸ਼ਰੀਕ ਹੁੰਦੇ ਹਾਂ। ਪੰਜਾਬੀ ਦੇ ਉੱਘੇ ਅਤੇ ਸੀਨੀਅਰ ਗੀਤਕਾਰ ਹਰਦੇਵ ਸਿੰਘ ਦਲਗੀਰ ਉਰਫ ਦੇਵ ਥਰੀਕਿਆਂਵਾਲਾ ਦੇ ਇਸ ਜਹਾਨ ਤੋਂ ਤੁਰ ਜਾਣ ਦੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ 82 ਵਰ੍ਹਿਆਂ ਦੇ ਸਨ और पेशे के तौर पर वो अध्यापक पहला रहे। लिखण की चेटक उन्होंने पढ़ते टाइम स्कूल तो ही लग गई सी। उन्हों का लिखिया पहला गीत 1961-62 के रिकॉर्ड होया सी। उन्होंने कई किताबां लिखियां ते उन्होंने लिखे सैकड़े ही गीत सुपर हिट रहे, जिन्होंने पंजाब के चोटी के कलाकारों ने आवाज़ दी। पर कुलदीप मानक नाल उन्हों का नाम 9 मास के रिश्ते वांग जुड़ गया सी। उस तो बाद सुरिंदर छिंदे ने अनेकों गीत गाए जो हिट रहे। देव थरीकेवाले नूं याद करदिआं समर्पित है ये विशेष सैगमेंट। ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਜਿੱਥੇ ਮੇਰੇ ਯਾਦ ਹੈ ਹਾਂਜੀ ਹੀਰ ਦੀ ਕਲੀ ਹਾਂਜੀ ਹਾਂਜੀ ਤੇ ਛੇਤੀ ਕਰ ਸਰਵਣ ਪੁੱਤਰਾ ਐਲਪੀ ਰਿਕਾਰਡ ਸੀਗਾ ਜੀ। ਐਲਪੀ ਰਿਕਾਰਡ ਉਦੋਂ ਟੇਪਾਂ ਨਹੀਂ ਸੀ ਹੁੰਦੀਆਂ ਜੀ। ਉਹ ਮਾਸਟਰ ਹਰਦੇਵ ਸਿੰਘ ਦਲਗੀਰ ਹੋਰਾਂ ਦਾ ਲਿਖੇ ਹੋਏ ਸੀ ਤਰੀਕੇ ਵਾਲਿਆਂ ਦਾ। ਹਾਂਜੀ ਹਾਂਜੀ ਉਹਨਾਂ ਦੇ ਤੁਹਾਡੇ ਆਪਸੀ ਰਿਲੇਸ਼ਨਸ਼ਿਪ ਬਾਰੇ ਸਾਨੂੰ ਦੱਸੋ। ਇਹ ਸਾਡੇ ਰਿਲੇਸ਼ਨ ਐਸੇ ਹੀ ਬਣ ਗਏ ਜੀ। ਬੱਸ ਅੱਡੇ ਤੇ ਫਿਰਦੇ ਸੀ ਅਸੀਂ। ਅੱਛਾ। ਇੱਕ ਮੁੰਡਾ ਸੀਗਾ ਉਹਦਾ ਨਾਮ ਸੀ ਗੁਰਦਿਆਲ ਸਿੰਘ ਪੀਠੀ ਤੇ ਉਹ ਦੇਤਵਾਲ ਦਾ ਸੀਗਾ। ਦੇਵ ਸਾਹਿਬ ਦੀ ਵੀ ਲੱਗੀ ਸੀ। ਬੈਠੇ ਸੀ ਉਹ ਕਰੀ ਜਾਂਦਾ ਸੀ ਮੈਨੂੰ ਆਵਾਜ਼ ਚਾਹੀਦੀ ਹੈ, ਮੈਂ ਲਿਖ ਬਹੁਤ ਸਕਦਾ ਤੇ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਮੈਨੂੰ ਲਿਖਣ ਵਾਲਾ ਚਾਹੀਦਾ। ਉਹਨਾਂ ਨੇ ਜੀ ਫਿਰ ਲੋਕ ਥਾਵਾਂ ਲਿਖੀਆਂ ਮੇਰੇ ਵਾਸਤੇ। ਫਿਰ ਐਚਐਮ ਵਿੱਚ ਗਏ। ਇਹ ਗੱਲਬਾਤ ਹੱਥ 'ਚ ਬੈਠੇ ਹੋਈ? ਹੱਥ 'ਚ ਬੈਠੇ ਜੀ। ਅੱਛਾ। ਤੇ ਫਿਰ ਉਹਨੇ ਲਿਖ ਕੇ ਦਿੱਤੇ ਤੁਹਾਨੂੰ? ਹਾਂਜੀ ਫਿਰ 6 ਮਹੀਨੇ ਬਾਅਦ ਸਾਨੂੰ ਉਹਨੇ ਮੈਨੂੰ ਗੀਤ ਲਿਖ ਕੇ ਦਿੱਤੇ। ਫਿਰ ਮੈਂ ਰਿਕਾਰਡਿੰਗ ਕਰਾਈ। ਹੀਰ ਦੇ 2 ਬੋਲ ਸੁਣਾ ਦਿੰਦੇ ਇਰਸ਼ਾਦ। ਉਹ ਤੇਰੇ ਢਿੱਲੇ ਤੋਂ ਸੂਰਤ ਦੀ ਹੀਰ ਦੀ ਔਲਾ ਵੇਖ ਗੋਰਖਾ ਉੜਦੀ ਐ ਫੁਲਕਾਰੀ। ਫੁੱਲ ਪਪੀਸੀਆਂ ਉਹਦੀਆਂ ਗੱਲਾਂ ਗਲ ਨਾਲ ਦੀਆਂ ਟੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ। ਇੱਕ ਸਮਾਂ ਇਹੋ ਜਿਹਾ ਆਇਆ ਮਾਨਕ ਸਾਹਿਬ ਕੋਲੇ ਜਦੋਂ ਮਾਸਟਰ ਜੀ ਦੇਵ ਥਰੀਕਿਆਂਵਾਲੇ ਜਿਹੜੇ ਸਨ ਉਹ ਤਰੀਕੇ ਹੀ ਰਹਿੰਦੇ ਸੀ ਉਹਨਾਂ ਦੇ ਜਿਹੜੀ, ਪਰ ਉਹਨਾਂ ਨੂੰ ਗੀਤ ਦੇਣੋਂ ਹਟ ਗਏ, ਸ਼ਿੰਦੇ ਨੂੰ ਦੇਣ ਲੱਗ ਪਏ। ਉਦੋਂ ਉਹਨਾਂ ਨੇ ਤੁਹਾਨੂੰ ਪ੍ਰਾਈਵੇਟਲੀ ਕੀ ਦੱਸਿਆ ਮਾਨਕ ਸਾਹਿਬ ਨੇ? ਨਹੀਂ ਉਹਨੂੰ ਇੱਦਾਂ ਹੁੰਦੀ ਸਿੰਘ ਸਾਹਿਬ ਵੀ ਦੇਖੋ ਗੱਲ ਉਹਨੂੰ ਇਹ ਸੀਗਾ ਵੀ ਜਦੋਂ ਨਾ ਇਹ ਇੱਕ ਜਿੱਦਾਂ ਆਪਾਂ 2 ਨਾਂ ਸ਼ੰਕਰ ਜੈ ਕਿਸ਼ਨ ਲక్ష్ਮੀਕਾਂਤ ਪਿਆਰੇ ਲਾਲ ਬਾਊ ਸਿੰਘ ਮਾਨ ਤੇ ਸਿੱਧਵਾਂ ਮਸਦੀ ਕੁਰਾਂ ਦੀ ਜੋੜੀ ਰਹੀ ਆ ਨਾ, ਇਹ ਦੇਵ ਤਰੀਕਿਆਂ ਵਾਲੇ ਤੇ ਮਾਨਕ ਨੂੰ ਵੀ ਅਲੱਗ-ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਪਰ ਉਹਨੂੰ ਜਦੋਂ ਇੱਦਾਂ ਵਿੱਚ ਲੱਗਾ ਵੀ ਇਹ ਹੁਣ ਨਾ ਸ਼ਰੀਕੇਬਾਜ਼ੀ ਤਾਂ ਹੁੰਦੀ ਆ ਆਰਟ 'ਚ ਸਭ ਤੋਂ ਵੱਧ ਹੈ, ਮੈਂ ਸਮਝਦਾ ਵੀ ਸੰਗੀਤ ਦੇ ਖੇਤਰ 'ਚ ਉਦੋਂ ਵੀ ਵੱਧ ਹੈ। ਉਹਨੂੰ ਲੱਗਾ ਵੀ ਸ਼ਾਇਦ ਦੇਵ ਮੇਰੇ ਨਾਲ ਕੋਈ ਇੱਦਾਂ ਦਾ ਕਰਨ ਲੱਗਾ ਆ ਵੀ ਉਹਨੂੰ ਪਰ ਇਸ ਅੜੀ 'ਚ ਮੈਂ ਇੱਕ ਤੁਹਾਨੂੰ ਦੱਸਦਾ ਕਿ ਅਸੀਂ ਕੈਸਟ ਰਿਕਾਰਡ ਕਰਨੀ ਸੀ। ਅੱਛਾ ਜੀ। ਦੇਵ ਤੋਂ ਬਾਹਰੀ ਕੈਸਟ ਸੀ ਜਿਹੜੀ ਬਹੁਤ ਚੱਲੀ, ਤੁਹਾਨੂੰ ਵੀ ਪਤਾ, 2 ਗੱਭਰੂ ਪੰਜਾਬ ਦੇ। ਰਾਮ ਸਿੰਘ ਢੋਲੋਂ ਦੇ ਗੋਲੀ ਮਾਰੋ ਇਹੋ ਜਿਹੇ ਬਨੌਟੀ ਯਾਰ ਦੇ ਬਹੁਤ ਅੱਛੇ ਗੀਤ ਮਾਨਕ ਨੇ ਗਾਏ ਉਹਨਾਂ ਦੇ। ਇਸ ਕੈਸਟ 'ਚ ਵੀ ਬਹੁਤ ਵਧੀਆ ਉਹਨੇ ਗਾਇਆ ਤੇ ਉਹ ਅਸੀਂ ਲੈ ਕੇ ਆਏ ਹਾਂ। ਉਹਨੇ ਹਾਲਾਂਕਿ ਬਿਲਕੁਲ ਇੱਦਾਂ ਦੀ ਕੋਈ ਆਸ ਨਹੀਂ ਸੀ ਜਦੋਂ ਰਿਕਾਰਡਿੰਗ ਕੀਤੀ, ਸਧਾਰਨ ਸਟੂਡੀਓ 'ਚ ਕੀਤੀ ਆ, ਪਰ ਉਹ ਕੈਸਟ ਸੁਪਰ ਡੁਪਰ ਹਿੱਟ ਹੋਈ ਆ ਜਿਹਦੇ ਵਿੱਚ ਮਾਰਨਾ ਸੀ ਜ਼ਾਲਮ ਸਕਾਟਾ ਐਸਪੀ ਸਾਂਡਰਸ ਰੋੜਤਾ। ਮਤਲਬ ਅੜੀਅਲ ਸੀਗਾ ਉਹਨੂੰ ਇਹ ਸੀਗਾ ਵੀ ਇੱਕ ਕਰਕੇ ਦਿਖਾਉਣਾ। ਅੜੀਅਲ ਇਸ ਕਰਕੇ ਉਹ ਅੜੀ ਇਸ ਕਰਕੇ ਫੜੀ ਸੀ ਉਹਨਾਂ ਨੇ ਕਿਉਂਕਿ ਮਾਸਟਰ ਜੀ ਨੇ ਦਲਗੀਰ ਸਾਹਿਬ ਨੇ ਜਿਹੜਾ ਜਿਉਣਾ ਮੋੜ ਸੀ ਉਹ ਸ਼ਿੰਦੇ ਨੂੰ ਦੇ ਦਿੱਤਾ ਸੀ। ਨਹੀਂ ਮੈਂ ਇਸ ਗੱਲ ਨਾਲ ਵੱਲ ਨਹੀਂ ਜਾਊਂਗਾ ਸਿੰਘ ਸਾਹਿਬ। ਉਹਦਾ ਇਹ ਸੀਗਾ ਵੀ ਮੈਂ ਇਸ ਗੱਲ ਨੂੰ ਇਹ ਨਹੀਂ ਕਿ ਮੇਰੇ ਨਾਲ ਨੇੜੇ ਤੁਸੀਂ ਸਾਰੇ ਮਾਨਕ ਨੂੰ ਜਾਣਦੇ ਹੋ, ਸਾਰੇ ਪੰਜਾਬੀ ਮਾਨਕ ਨੂੰ ਪਿਆਰ ਕਰਦੇ ਆ। ਅੜੀ ਸੀਗਾ ਉਹਨੂੰ ਇਹ ਸੀਗਾ ਵੀ ਮਾਨਕ ਹੈ। ਹਰਦੇਵ ਦਲਗੀਰ ਥਰੀਕਿਆਂਵਾਲੇ ਨੇ ਜਦੋਂ ਗੀਤ ਲਿਖ ਕੇ ਜਿਹਨੂੰ ਵੀ ਦਿੱਤੇ ਉਹ ਲੋਕ ਅਮਰ ਹੋ ਗਏ ਨੇ। ਸੁਰਿੰਦਰ ਸ਼ਿੰਦੇ ਨੇ ਜਦੋਂ ਜਿਉਣਾ ਮੋੜ ਗਾਇਆ ਔਰ ਉਸ ਤੋਂ ਪਹਿਲਾਂ ਪਿੱਛੋਂ ਦੁੱਲਾ ਭੱਟੀ ਪੰਜਾਬ ਦੀ ਫੋਕਲੋਰ ਨੂੰ ਗਾਉਣ ਲਈ ਇੱਕ ਖਾਸ ਆਵਾਜ਼ ਚਾਹੀਦੀ ਹੈ, ਖਾਸ ਜਾਨ ਚਾਹੀਦੀ ਹੈ। ਇਹ ਗੱਲ ਸੱਚੀ ਆ?
ਇਹ ਗੱਲ ਹੋਰ ਕਿਸੇ ਤੋਂ ਨਹੀਂ ਪਤਾ ਨਹੀਂ ਲੱਗ ਸਕਣੀ, ਲੋਕ ਕਿਆ ਸੁਣਾਈਆਂ ਲਾਈ ਜਾਂਦੇ ਆ ਵੀ ਜਿਹੜਾ ਜਿਉਣਾ ਮੋੜ ਸੀ ਮਾਸਟਰ ਜੀ ਹਰਦੇਵ ਸਿੰਘ ਦਲਗੀਰ ਉਹਨਾਂ ਨੇ ਮਾਣਕ ਸਾਹਿਬ ਨੂੰ ਦੇਣਾ ਸੀ, ਤੁਹਾਨੂੰ ਦੇ ਦਿੱਤਾ ਕਿਸੇ ਰਿਸ਼ਤੇਦਾਰੀ ਦੀ ਵਜ੍ਹਾ ਕਰਕੇ ਜਾਂ ਕਿਸੇ ਕਾਰਨ? ਨਹੀਂ ਕੀ ਹੋਇਆ ਕੀ ਉਹ ਮਾਣਕ ਸਾਹਿਬ ਨਾਰਾਜ਼ ਹੋ ਗਏ ਸੀ ਫਿਰ? ਆਮ ਲੋਕਾਂ 'ਚ ਇਸ ਗੱਲ ਦਾ ਚਰਚਾ ਹੀ ਹੈ ਤੇ ਲੇਕਿਨ ਇਸ ਗੱਲ ਨੂੰ ਕਲੀਅਰ ਹਰਦੇਵ ਦਲਗੀਰ ਬਾਈ ਜੀ ਉਹਨਾਂ ਨੇ ਕਰਤਾ ਸੀ। ਪਰ ਮੈਂ ਤੁਹਾਡੀ ਜ਼ਬਾਨੀ ਸੁਣਨਾ ਚਾਹੁੰਦਾ ਵੀ ਅਸਲੀ ਮਾਜਰਾ ਕੀ ਸੀ? ਇੱਕ ਸਾਡੇ ਮਿੱਤਰ ਨੇ ਕਲਮ ਨਵਾਜ਼ ਅਸ਼ੋਕ ਪੌਰਾ ਜੀ, ਉਹਨਾਂ ਨੇ ਇਦਾਂ ਲਿਖਿਆ ਸੀ ਵੀ ਉਹਨਾਂ ਨੇ ਮਾਨਕ ਸਾਹਿਬ ਲਈ ਲਿਖਿਆ ਤੇ ਜੀ ਉਹਨਾਂ ਨੇ ਦੱਸਿਆ ਮੈਨੂੰ ਇੱਥੇ ਸਟਾਲ ਲੱਗਿਆ ਹੋਇਆ ਸੀਗਾ ਸਤੀਸ਼ ਗੁਲਾਟੀ ਦਾ ਪਿਛਲੇ ਸਾਲ ਜੀ, ਤੇ ਉਹ ਮੈਂ ਪੜ੍ਹਿਆ ਤੇ ਉਹ ਮੈਨੂੰ ਹੋਰ ਤਾਂ ਕੋਈ ਗੱਲ ਨਹੀਂ ਤੇ ਚਾਹੇ ਮਾਨਕ ਸਾਹਿਬ ਵੀ ਗਾ ਜਾਂਦੇ, ਲੇਕਿਨ ਉਹਦੇ ਵਿੱਚ ਉਹ ਡਾਇਲੌਗ ਕਰਨੇ ਸੀ, ਸਾਰਾ ਕੁਝ ਕਰਨਾ ਸੀ, ਉਹ ਥੋੜਾ ਜਿਹਾ ਡਰਾਮਾਟਿਕ ਜਿਹਾ ਅਪੇਰਾ ਸੀ, ਇਸ ਲਈ ਉਹਨਾਂ ਨੇ ਮੈਨੂੰ ਡੈਸਟੀਨੇਟ ਕੀਤਾ ਸੀਗਾ। ਤੇ ਫਿਰ ਮੈਂ ਉਹਦਾ ਵਹਿਮ ਦੂਰ ਨੂੰ ਕਰਨ ਵਾਸਤੇ ਮੈਂ ਫੋਨ ਮਿਲਾਤਾ ਤਰੀਕਿਆਂ, ਮੈਂ ਕਿਹਾ ਅਸ਼ੋਕ ਪੌਰਾ ਜੀ ਨਾਲ ਗੱਲ ਕਰੋ, ਕਹਿੰਦੇ ਹਾਂ ਵੀ ਕੀ ਕਹਿਣਾ, ਕਹਿੰਦੇ ਮੈਂ ਲਿਖਿਆ ਹੀ ਚੰਦੇ ਲਈ ਸੀ। ਮੈਂ ਕਿਹਾ ਉਹਨੂੰ ਮੈਂ ਦੱਸਿਆ ਵੀ ਉਹ ਸੱਚਾਈ ਲਿਖੋ। ਅੱਛਾ, ਜਿਉਣੇ ਮੋੜ ਨੂੰ ਗਾਉਣ ਤੋਂ ਫੌਰਨ ਬਾਅਦ ਜਵਾਨ ਸ਼ਿੰਦਾ ਚਾਦਰਾ ਬੰਨ੍ਹ ਕੇ ਲੋਕਾਂ 'ਚ ਪਿੰਡਾਂ ਦੇ ਵਿੱਚ ਜਦੋਂ ਵਿਚਰਨ ਲੱਗਾ, ਕਿਵੇਂ ਮਹਿਸੂਸ ਹੋਇਆ ਉਦੋਂ? ਹਾਲੇ ਵੀ ਚੇਤੇ ਨੇ ਉਹ ਦਿਨ? ਕਿਉਂ ਨਹੀਂ ਚੇਤੇ ਜੀ, ਇੰਨੀ ਤਾਂ ਹੋਪ ਹੀ ਨਹੀਂ ਸੀ ਕਿ ਬਾਈ ਹੋਰਾਂ ਨੇ ਜਦੋਂ ਇਸ ਨੂੰ ਲਿਖਿਆ ਹਰਦੇਵ ਦਲਗੀਰ ਸਾਹਿਬ, ਤੇ ਹੁਣ ਤਾਂ ਮੇਰੇ ਉਸਤਾਦ ਵੀ ਨੇ ਕਿਉਂਕਿ ਮੈਂ ਉਹਨਾਂ ਤੋਂ ਲਿਖਣਾ ਵੀ ਸਿੱਖਦਾ, ਤੇ ਉਹਨਾਂ ਨੇ ਮੈਨੂੰ ਕਿਹਾ ਇਹ ਤੂੰ ਗਾਉਣਾ ਹੈ। ਮੈਂ ਕਿਹਾ ਜਿਵੇਂ ਤੁਹਾਡੀ ਇੱਛਾ। ਸੋ ਕਹਿੰਦੇ ਬੜੀ ਸੂਰਮ ਗਤੀ ਦੀ ਗਾਤਾ ਹੈ ਤੇ ਗਾਉਣਾ ਵੀ ਤੁਹਾਨੂੰ ਸੂਰਮੇ ਵਾਂਗੂ ਪੈਣਾ ਹੈ। ਇਹ ਮੇਰੇ ਵਾਸਤੇ ਇੱਕ ਬਹੁਤ ਵੱਡਾ ਇਮਤਿਹਾਨ ਸੀ ਕਿ ਬਾਈ ਹੋਰੀ ਕਹਿੰਦੇ ਸੀ ਵੀ ਮੈਂ ਇਹਨੂੰ ਕਿਸੇ ਹੋਰ ਤੋਂ ਵੀ ਗਵਾ ਸਕਦਾ ਸੀ, ਇਹ ਨਹੀਂ ਦੱਸਿਆ ਕਿਹਦੇ ਤੋਂ, ਪਰ ਕਹਿੰਦੇ ਵੀ ਮੈਨੂੰ ਇਹ ਪਤਾ ਵੀ ਇਸ ਵੇਲੇ ਕੰਪੋਜੀਸ਼ਨਾਂ ਦੀ ਤੇਰੇ ਜ਼ਿਹਨ 'ਚ ਬ੍ਰੇਨ 'ਚ ਨਵੀਂ ਸੋਚ ਹੈ, ਔਰ ਮੈਨੂੰ ਬੰਦਾ ਉਹ ਚਾਹੀਦਾ ਜਿਹੜਾ ਡਾਇਲੌਗ ਬੋਲਦਾ ਹੋਵੇ। ਤੇ ਫਿਰ ਉਹਨਾਂ ਦੀ ਸੋਚ ਦੇ ਹਿਸਾਬ ਦੇ ਨਾਲ ਜਿਵੇਂ ਤੁਸੀਂ ਕਿਹਾ ਵੀ ਉਹ ਡਾਇਲੌਗ ਸੀ ਵੀ ਬਾਹਰ ਵੀ ਆਏਗਾ ਜਾਂ ਅੰਦਰ ਹੀ ਕੁੱਤੇ ਵਾਂਗੂ ਭੌਂਕੀ ਜਾਏਗਾ। ਬਿਲਕੁਲ। ਉਹ ਮੈਨੂੰ ਇੰਨੀ ਖੁਸ਼ੀ ਹੈ ਕਿ ਜਦੋਂ ਪਿੰਡ ਪਿੰਡ ਜਾਣਾ, ਖਾਸ ਕਰਕੇ ਅਸੀਂ ਮੌੜੀ ਗਏ ਹਾਂ ਤੇ ਹੁਣ ਪਿੱਛੇ ਜੇ ਉਹਨਾਂ ਦੇ ਪਿੰਡ ਜਿਉਣੇ ਮੋੜ ਦਾ ਬੁੱਤ ਲੱਗਿਆ। ਅੱਛਾ। ਤੇ ਉਹਨਾਂ ਨੇ ਪਰਮਾਨੈਂਟ ਇੱਕ ਮੇਲਾ ਹੀ ਸ਼ੁਰੂ ਕਰਤਾ। ਅੱਛਾ। ਜਿਉਣੇ ਮੋੜ ਨੂੰ ਘੋੜੀ ਤੇ ਚੜਾਇਆ ਹੋਇਆ, ਰਫਲ ਪੜੀ ਹੈ ਤੇ ਬਾਈ ਹੋਰੀ ਵੀ ਨਾਲ ਗਏ। ਮੇਰੇ ਖਿਆਲ ਸਭ ਤੋਂ ਵੱਡਾ ਮੇਲਾ ਹੁਣ ਉਸ ਏਰੀਏ ਦਾ ਉਹ ਬਣ ਗਿਆ। ਪਰ ਜਿਉਣੇ ਮੋੜ ਤੋਂ ਬਾਅਦ ਫਿਰ ਤੁਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ? ਟਾਈਮ ਹੀ ਨਹੀਂ ਲੱਗਿਆ। ਜਿਉਣੇ ਮੋੜ ਤੋਂ ਬਾਅਦ ਜੱਟ ਮਿਰਜ਼ਾ ਖਰਲਾਂ ਦਾ, ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਜੀ ਜੀ। ਔਰ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਉਸ ਵੇਲੇ ਸਰਕਾਰ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਸਵਰਗਵਾਸੀ ਗਿਆਨੀ ਜੈਲ ਸਿੰਘ ਜੀ ਨੇ ਰਾਸ਼ਟਰਪਤੀ ਭਵਨ 'ਚੋਂ ਰਿਲੀਜ਼ ਕੀਤਾ ਸੀ। ਬੜਾ ਹਿੱਟ ਹੋਇਆ। ਭਗਤ ਸਿੰਘ ਸਰਦਾਰ ਜ਼ਿੰਦਾਬਾਦ ਜ਼ਿੰਦਾਬਾਦ, ਮਾਣਕਾਂ ਦਾ ਭੰਡਾਰ ਜ਼ਿੰਦਾਬਾਦ ਜ਼ਿੰਦਾਬਾਦ, ਭਗਤ ਸਿੰਘ। ਗੱਲ ਸੁਣ ਮੇਰੀ ਅੰਮੀ, ਇਹ ਨਹੀਂ ਮੇਰੀ ਲਾਸ਼ ਲੈਣ ਨਹੀਂ ਆਉਣਾ। 23 ਮਾਰਚ ਸਨ 31 ਦਿਨ ਕਾਲਾ ਆਇਆ, ਉਹਦੇ ਵਿੱਚ ਵੀ ਡਾਇਲੋਗ ਸੀ। ਫਿਰ ਉਹ ਇੱਕ ਮੇਰੀ ਪਰੰਪਰਾ ਜੀ ਬਣ ਗਈ ਵੀ ਜਿੰਨੇ ਕਿੱਸੇ ਬਾਈ ਉਹਨਾਂ ਨੇ ਲਿਖਣੇ ਵਿੱਚ ਡਾਇਲੋਗ। ਜੇ ਸੁੱਚਾ ਸੂਰਮਾ ਲਿਖਿਆ ਡਾਇਲੋਗ, ਸ਼ਾਣੀ ਕੋਲੋਂ ਲਿਖੀ ਡਾਇਲੋਗ, ਤੇ ਦੁੱਲਾ ਪੱਟੀ ਲਿਖਿਆ ਉਹ ਡਾਇਲੋਗ, ਤੇ ਹੁਣ ਖੂਨੀ ਵਿਸਾਖੀ 1919 ਯਾ ਉਹ ਵੀ ਚੰਗਾ ਤਜਰਬਾ ਰਿਹਾ ਤੁਹਾਡਾ? ਬਹੁਤ ਅੱਛਾ ਰਿਹਾ। ਫਿਰ ਉਹ ਵਕਤ ਆਇਆ ਇੱਕ ਵੱਡਾ ਇਮਤਿਹਾਨ ਕਿ ਇੰਨਾ ਕੱਦ ਉੱਚਾ ਹੋ ਗਿਆ ਸੀ ਜਿਉਣੇ ਮੋੜ ਦਾ। ਬਿਲਕੁਲ। ਤੇ ਮੈਨੂੰ ਲੋਕ ਕਹਿਣ ਲੱਗ ਗਏ ਸੀ ਵੀ ਜਿਉਣੇ ਮੋੜ ਤੋਂ ਬਾਅਦ ਉਹੋ ਜਿਹੀ ਗੱਲ ਨਹੀਂ ਬਣ ਰਹੀ, ਤੇ ਉਹ ਮੇਰੇ ਵੱਜਦੀ ਸੀ ਇੱਥੇ ਖੱਬੇ ਪਾਸੇ। ਤੇ ਫਿਰ ਬਾਈ ਹੋਰਾਂ ਨੇ, ਮਾਸਟਰ ਜੀ ਹਰਦੇਵ ਸਿੰਘ ਦਲਗੀਰ ਹੋਰਾਂ ਨੇ ਜੋ ਲਿਖਿਆ ਉਹਦੇ ਬਾਰੇ ਸਾਨੂੰ ਦੱਸੋ। ਜ਼ਿਆਦਾ ਦੱਸਣ ਵਾਲੇ ਦੱਸਦੇ ਨੇ ਕਿ ਅਸਲੀ ਜੋ ਡਾਕੂ ਸੀ ਉਹ ਸੀਗਾ ਹੀ ਕਿਸ਼ਨਾ ਮੋੜ। ਯਾਨੀ ਮੈਂ ਕਿਸ਼ਨੇ ਦਾ ਕਰੈਕਟਰ ਕੀਤਾ ਜੀ। ਅਸੀਂ ਦੋਨੋਂ ਆ ਰਹੇ ਹਾਂ ਤੇ ਘੋੜੇ ਏਦਾਂ ਜਾਂਦੇ ਜਾਂਦੇ ਰੁਕਦੇ, ਤੇ ਮੈਂ ਕਹਿਣਾ ਓਏ ਜਿਉਣਿਆ, ਕਈ ਵਾਰੀ ਸ਼ਿਕਾਰ ਨੂੰ ਆਪਾਂ ਲੱਭਣ ਜਾਂਦੇ ਹਾਂ ਤੇ ਸ਼ਿਕਾਰ ਲੱਭਦਾ ਨਹੀਂ, ਤੇ ਕਈ ਵਾਰੀ ਸ਼ਿਕਾਰ ਆਪ ਮੁਹਾਰੇ ਸਾਹਮਣੇ ਆ ਜਾਂਦਾ। ਉਹ ਦੇਖ ਸਾਲਾ ਜੈਲਦਾਰ ਆ ਰਿਹਾ। ਓਏ ਵਾਹ,
ਅੱਜ ਕਿਸ਼ਨਾ ਤੇ ਜੌਣਾ ਦੋਨੋਂ ਇਕੱਠੇ। ਫਿਰ ਉਹਨੂੰ ਮੈਂ ਕਹਿਣਾ, ਤੇ ਤੀਜੀ ਤੇਰੀ ਮੌਤ ਵੀ ਆ ਜੈਲਦਾਰਾ, ਜਿਹੜੀ ਤੈਨੂੰ ਨਜ਼ਰ ਨਹੀਂ ਆ। ਤੇ ਨਾਲ ਹੀ ਜਾਣਾ ਕਹਿੰਦਾ ਮਾਰ ਗੋਲੀ ਤੇ ਕਰਦੇ ਘੋਗਾ ਚਿੱਤ। ਠਾ ਫਾਇਰ ਵੱਜਦਾ ਤੇ ਜੰਪ ਕਰਕੇ ਡਿੱਗਦਾ। ਸੋ ਇਹ ਬੜਾ ਅੱਛਾ ਪਾਰਟ ਹੈ ਇਹਦਾ। ਅੱਛਾ ਅੱਛਾ। ਹਾਂਜੀ ਸੋ ਜਿਹੜੀ ਅੱਛਾਈ ਦੀ ਬੁਰਾਈ ਤੇ ਜਿੱਤ ਦਾ ਕਨਸੈਪਟ ਵੀ ਇਹਦੇ ਵਿੱਚ। ਹਾਂਜੀ। ਮੌਤ ਵੇਲੇ ਕੀਤੀਆਂ ਗੱਲਾਂ ਹੋਸੀ ਨੇ ਲੈ ਜਾਂਦੀਆਂ ਨੇ, ਤੁਰ ਜਾਂਦੇ ਮਰਦ ਸੂਰਮੇ ਯਾਦਾਂ ਰਹਿ ਜਾਂਦੀਆਂ ਨੇ। ਕਿ ਤੁਰ ਜਾਂਦਾ ਜੱਗ ਤੋਂ ਬੰਦਾ, ਯਾਦਾਂ ਰਹਿ ਜਾਂਦੀਆਂ ਨੇ। ਹਰਦੇਵ ਦਲਗੀਰ ਉਰਫ ਦੇਵ ਤਰੀਕਿਆਂ ਵਾਲੇ ਦਾ ਨਾਮ ਪੰਜਾਬੀ ਸੰਗੀਤ ਜਗਤ ਦੇ ਵਿੱਚ ਅਮਰ ਰਹੇਗਾ। ਕੁਲਦੀਪ ਮਾਨਕ, ਸੁਰਿੰਦਰ ਛਿੰਦਾ ਤੋਂ ਇਲਾਵਾ ਸੁਰਿੰਦਰ ਕੌਰ, ਕਰਮਜੀਤ ਸਿੰਘ ਧੂਰੀ, ਮੋਹਣੀ ਨਰੂਲਾ, ਜਗਮੋਹਨ ਕੌਰ, ਨਰਿੰਦਰ ਬੀਬਾ, ਕਰਨੈਲ ਗਿੱਲ ਸਮੇਤ ਅਨੇਕਾਂ ਗਾਇਕਾਂ ਨੇ ਉਹਨਾਂ ਦੇ ਗੀਤ ਗਾਏ। ਮੈਨੂੰ ਵੀ ਦਲਗੀਰ ਸਾਹਿਬ ਨੂੰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਬਹੁਤ ਅੱਛੇ ਸੁਭਾਅ ਦੇ ਮਾਲਕ ਸਨ ਦੇਵ ਤਰੀਕਿਆਂ ਵਾਲਾ। ਆਖਰੀ ਵਾਰ ਮੈਂ ਉਹਨਾਂ ਨੂੰ 18 ਨਵੰਬਰ 2017 ਦੇ ਵਿੱਚ ਲੁਧਿਆਣੇ ਪੰਜਾਬੀ ਭਵਨ ਦੇ ਵਿੱਚ ਮਿਲਿਆ ਸੀ, ਜਦੋਂ ਸਾਡੀ ਮਿਊਜ਼ਿਕ ਵੇਵਜ਼ ਕੰਪਨੀ ਵੱਲੋਂ ਉਹਨਾਂ ਦੇ ਹੀ ਲਿਖੇ ਹੋਏ ਸੁਰਿੰਦਰ ਛਿੰਦਾ ਤੇ ਸਾਥੀਆਂ ਦੀ ਆਵਾਜ਼ ਦੇ ਵਿੱਚ ਗਾਏ ਹੋਏ ਕਿਸ਼ਨਾ ਮੋੜ ਦੀ ਐਲਬਮ ਰਿਲੀਜ਼ ਕੀਤੀ ਗਈ, ਜਿੱਥੇ ਸੁਰਜੀਤ ਪਾਤਰ ਮੁੱਖ ਮਹਿਮਾਨ ਸਨ। ਸੁਰਿੰਦਰ ਛਿੰਦਾ, ਪੰਮੀ ਬਾਈ, ਕੇ ਦੀਪ, ਜੋਧਵੀਰ ਮਾਨਕ, ਡਾਕਟਰ ਗੁਰਭਜਨ ਗਿੱਲ, ਪਾਲੀ ਦੇਤਵਾਲੀਆ ਗਿੱਲ, ਹਰਦੀਪ ਸਮੇਤ ਹੋਰ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਸ਼ਾਮਲ ਸਨ। ਸੁਰਜੀਤ ਪਾਤਰ ਤੇ ਹਰਦੇਵ ਦਲਗੀਰ ਜੀ ਦਾ ਸਨਮਾਨ ਕੀਤਾ ਗਿਆ। ਮਿਊਜ਼ਿਕ ਵੇਵਜ਼ ਵੱਲੋਂ ਦੇਵ ਤਰੀਕਿਆਂ ਵਾਲੇ ਨੂੰ ਸਨਮਾਨ ਚਿੰਨ੍ਹ ਤੋਂ ਇਲਾਵਾ 51,000 ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ। ਮੇਰੇ ਨਾਲ ਮੇਰੇ ਦੋਸਤ ਗੁਰਮੀਤ ਕੈਂਥ ਅਤੇ ਮਿਊਜ਼ਿਕ ਵੇਵਜ਼ ਤੋਂ ਗੁਰਵਿੰਦਰ ਸੰਘੇੜਾ ਵੀ ਹਾਜ਼ਰ ਸਨ। ਮਾਸਟਰ ਜੀ ਹਰਦੇਵ ਦਲਗੀਰ ਜੀ ਦੇ ਤੁਰ ਜਾਣ ਤੇ ਅੰਤਾਂ ਦਾ ਅਫਸੋਸ ਹੈ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਅਤੇ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਗੀਤ ਸੰਗੀਤ ਵੀ ਪੇਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਪਰ ਹੁਣ ਪੇਸ਼ ਹੈ ਬਾਬਾ ਬੁੱਲੇ ਸ਼ਾਹ ਜੀ ਤੇ ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਸੈਗਮੈਂਟ ਦਾ ਬਾਕੀ ਹਿੱਸਾ, ਜਿਸ ਦੇ ਵਿੱਚ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਵੱਲੋਂ ਵਡਮੁੱਲੀ ਜਾਣਕਾਰੀ ਦਿੱਤੀ ਗਈ। ਸੈਗਮੈਂਟ ਲੈ ਕੇ ਹਾਜ਼ਰ ਨੇ ਹਰਜਿੰਦਰ ਸਿੰਘ ਥਿੰਦ। ਹਾਜ਼ੀ ਲੋਕ ਮੱਕੇ ਵੱਲ ਜਾਂਦੇ ਨੀ ਮੈਂ ਜਾਣਾ ਤਖਤ ਹਜ਼ਾਰੇ ਨੂੰ, ਰਾਂਝਾ ਰਾਂਝਾ ਕਹਿੰਦੀ ਨੀ ਮੈਂ ਆਪੇ ਰਾਂਝਾ ਹੋਈ, ਬੁੱਲਿਆ ਮਨ ਦਾ ਕੀ ਸਮਝਾਉਣਾ ਹੈ, ਇਧਰੋਂ ਪੱਟ ਕੇ ਇਧਰ ਲਾਉਣਾ। ਬੁੱਲੇ ਸ਼ਾਹ ਦੀਆਂ ਕਾਫੀਆਂ, ਬੁੱਲੇ ਸ਼ਾਹ ਦਾ ਅਧਿਆਤਮਕਵਾਦ, ਬੁੱਲੇ ਸ਼ਾਹ ਦੀ ਬਗਾਵਤ ਸ਼ਰ੍ਹਾ ਤੋਂ ਤੁਸੀਂ ਪਿਛਲੇ ਸੈਗਮੈਂਟ ਸੁਣੀ, ਤੁਸੀਂ ਬੜਾ ਪਸੰਦ ਕੀਤਾ ਹੈ, ਬੜੀ ਮਿਹਰਬਾਨੀ। ਅਗਲਾ ਸੈਗਮੈਂਟ ਹਾਜ਼ਰ ਕਰ ਰਹੇ ਹਾਂ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ। ਹਾਜ਼ਰ ਹੈ ਬੁੱਲੇ ਸ਼ਾਹ। ਉਸ ਵੇਲੇ ਦੇ ਜਿਹੜਾ ਸਮਾਜ ਸੀ, ਸੁਸਾਇਟੀ ਸੀ ਤੇ ਸਿਆਸਤ ਸੀ, ਉਸ ਦੇ ਖਿਲਾਫ ਕੋਈ ਬਗਾਵਤ ਦੀ ਗੱਲ ਨਹੀਂ ਦਿਸਦੀ ਜੀ। ਇਹ ਸਿੰਘ ਸਾਹਿਬ ਤੁਹਾਡੀ ਗੱਲ ਠੀਕ ਹੈ ਵੀ ਜ਼ਾਹਰਾ ਤੌਰ ਤੇ ਬਾਬਾ ਬੁੱਲੇ ਸ਼ਾਹ ਦੀ ਕੋਈ ਸਿਆਸਤ ਦੇ ਉੱਤੇ ਇਸ ਕਿਸਮ ਦੇ ਨਾਲ ਉਹਨਾਂ ਦੀ ਨੁਕਤਾਚੀਨੀ ਨਹੀਂ ਦਿਸਦੀ ਹੈ। ਹੁਣ ਇਹ ਜਿਹੜਾ ਦੌਰ ਸੀ ਬਾਬਾ ਬੁੱਲੇ ਸ਼ਾਹ ਵਾਲਾ, ਇਹ ਪੰਜਾਬ ਦੇ ਵਿੱਚ ਬੜਾ ਗੜਬੜੀ ਦਾ ਦੌਰ ਸੀ। ਹੁਣ 1680 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਜਿਸ ਵੇਲੇ ਆਪਾਂ ਸਾਡੇ ਗੁਰੂ ਸਾਹਿਬ 10ਵੇਂ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੋਈ ਹੈ ਉਹ 1708 ਦੇ ਵਿੱਚ ਹੋਈ। ਸੋ ਬਾਬਾ ਬੁੱਲੇ ਸ਼ਾਹ ਲੱਗਦਾ ਉਸ ਵੇਲੇ ਕੁਛ 26 ਸਾਲ ਦੇ ਸੀਗੇ, 28 ਸਾਲ ਦੇ ਸੀਗੇ। ਫਿਰ ਬਾਬਾ ਬੰਦੇ ਬਹਾਦਰ ਦੀ ਸ਼ਹੀਦੀ ਜਿਹੜੀ ਹੋਈ ਆ, ਉਹ ਤੋਂ ਬਾਅਦ ਜਿਹੜਾ ਸਿੱਖ ਪੀਰੀਅਡ ਦੇ ਵਿੱਚ ਡਾਰਕ ਪੀਰੀਅਡ ਜਿਹਨੂੰ ਅਸੀਂ ਕਹਿੰਦੇ ਆ, ਉਹ ਸ਼ੁਰੂ ਹੁੰਦਾ ਜੀ। ਸਿੱਖ ਸ਼ਹੀਦੀਆਂ ਦਾ ਦੌਰ ਸ਼ੁਰੂ ਹੁੰਦਾ। ਇਹ ਸਾਰੇ ਦੌਰ ਦੇ ਵਿੱਚ ਜਿਹੜੇ ਜਿੰਨੇ ਵੀ ਬੜੇ ਬੜੇ ਸਿੱਖ ਸ਼ਹੀਦ ਹੋਏ ਆ, ਉਹ ਸਾਰੇ ਇਸ ਪੀਰੀਅਡ ਦੇ ਵਿੱਚ ਹੋਏ। ਔਰ ਜ਼ਕਰੀਆ ਖਾਨ ਦਾ ਪੀਰੀਅਡ, ਮੀਰ ਮੰਨੂ ਦਾ ਪੀਰੀਅਡ, ਇਹ ਨਾਦਰ ਸ਼ਾਹ ਦਾ ਹਮਲਾ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ, ਇਹ ਸਾਰੇ ਇਸ ਪੀਰੀਅਡ ਦੇ ਵਿੱਚ ਆਉਂਦੇ। ਸੋ ਜਿਸ ਵੇਲੇ ਬਾਬਾ ਬੁੱਲੇ ਸ਼ਾਹ ਦਾ ਦੇਹਾਂਤ ਹੁੰਦਾ 1753 ਦੇ ਵਿੱਚ, तो समझो वो सारा ही जो पीरियड से 18वीं सदी की पहली 50 साल वो बड़े गड़बड़ के पीरियड से। सो बाबा बुल्ले शाह ने इस तरह तो नहीं किसी तरह राजनीति ते या सियासत ते सीधी चोट की जिमें अपने अपने गुरु नानक साहब ने की है, पाप की जंज ले काबल ताया जोरी मंगे दाद मिला लो, इदा नहीं उन्हें की किते भी। पर सही मैने विच बुल्ले शाह का धार्मिक लोगों के उपर अटैक करना भी एक किस्म नाल राजनीतिक अटैक से, क्योंकि वही काजी उधर लीडर से, वही काजी उधर लीडर से। सो जिस वेले बुल्ला, मैं तुहानूं पहला जिस वेले दस चुका था, बुल्लिया पी शराब के खा कबाब, ये सीधी डांग मारदा उन्हां दे सिर दे विच, ये कह के भी मैं तो रहना ही नहीं तुहाडी शरह दे विच। सो दुखी हुंदा उस वेले उन्हां तो। सो उन्हां नूं अटैक करना, काजियां ते मुल्लां दे उत्ते अटैक करना, सही मैने दे विच उस वेले राजनीतिक लोगां दे उत्ते अटैक करना सी, कि जिहड़ी सियासत सी उस वेले जिहड़े कट्टरपंथी जनूनी धार्मिक लीडर से उन्हां दे हत्थ विच सी। सो बुल्ले दा उन्हां जनूनियां दे उत्ते, जनूनियां तो बागी होना, जनूनियां दे उत्ते खुल के अटैक करना,
ਸਹੀ ਮਾਇਨਿਆਂ ਦੇ ਵਿੱਚ ਉਸ ਕਿਸਮ ਦਾ ਜਿਹੜਾ ਉਹਨੇ ਪੰਜਾਬ ਦੇ ਲੋਕਾਂ ਨੂੰ ਦੁਖੀ ਕੀਤਾ ਸੀ ਜਨੂਨੀਆਂ ਨੇ ਉਸ ਵੇਲੇ, ਉਹਨਾਂ ਦੇ ਉੱਤੇ ਬੁੱਲੇ ਸ਼ਾਹ ਦਾ ਅਟੈਕ ਸੀ। ਪਰ ਸਰ ਉਸ ਵਕਤ ਜਿੰਨੇ ਵੀ ਸੂਫੀ ਫਕੀਰ ਹੋਏ ਜੀ, ਸੂਫੀ ਕਵੀ ਹੋਏ ਆ, ਉਹ ਸਾਰੇ ਹੀ ਧਾਰਮਿਕ ਰੰਗ 'ਚ ਰੰਗੇ ਹੋਏ ਸੀ, ਰੱਬ ਨੂੰ ਪਾਉਣਾ ਚਾਹੁੰਦੇ ਆ ਔਰ ਸੂਫ ਪਾ ਕੇ ਰੱਖਦੇ ਰਹੇ। ਇਸੇ ਕਰਕੇ ਅਸੀਂ ਉਹਨਾਂ ਨੂੰ ਸੂਫੀ ਕਹਿੰਦੇ ਹਾਂ, ਸੂਫ ਕਾਲੇ ਕੱਪੜੇ ਜੀ। ਪਰ ਬਾਬਾ ਬੁੱਲਾ ਸਾਹਿਬ ਨੇ ਜੀ ਲਾਲ ਰੱਤੇ ਕੱਪੜੇ ਪਾ ਕੇ ਤੇ ਝਾਂਜਰਾਂ ਪਾ ਕੇ, ਜਿਸ ਤਰ੍ਹਾਂ ਉਹਨਾਂ ਨੇ ਇਬਾਦਤ ਕੀਤੀ ਆ, ਥਈਆ ਥਈਆ ਕਰਕੇ ਮੈਂ ਨੱਚਾਂਗਾ, ਇਸ ਤੋਂ ਤੁਸੀਂ ਕੀ ਭਾਵ ਲੈਂਦੇ ਹੋ? ਸੂਫੀ ਸੀ ਉਹ? ਇਹਦਾ ਜਵਾਬ ਸਹੀ ਮੈਨੇ ਤਾਂ ਬੁੱਲੇ ਨੂੰ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਬੰਨ੍ਹ ਨਹੀਂ ਸਕਦੇ। ਬੁੱਲਾ ਜਿਹੜਾ ਸੀ, ਬੁੱਲਾ ਸੂਫੀ ਮਤ ਦੇ ਨਾਲ ਬੁੱਲੇ ਦਾ ਸਿਧਾਂਤ ਬਹੁਤ ਮਿਲਦਾ ਜੁਲਦਾ, ਬਾਬਾ ਬੁੱਲੇ ਸ਼ਾਹ ਦਾ ਬਹੁਤ ਸਿਧਾਂਤ ਮਿਲਦਾ ਜੁਲਦਾ। ਪਰ ਜੇ ਤੁਸੀਂ ਉਹਨਾਂ ਨੂੰ ਕਹੋ ਕਿ ਕੀ ਬਾਬਾ ਬੁੱਲੇ ਸ਼ਾਹ ਬਿਲਕੁਲ ਸੂਫੀ ਅੰਦਾਜ਼ ਦੇ ਵਿੱਚ ਸੀਗੇ, ਤਾਂ ਫਿਰ ਉਹ ਬਿਲਕੁਲ ਨਹੀਂ ਸੀ, ਕਿਉਂਕਿ ਬਾਬਾ ਬੁੱਲੇ ਸ਼ਾਹ ਕਿਸੇ ਵੀ ਸ਼ਰ੍ਹਾ ਦੇ ਵਿੱਚ ਨਹੀਂ ਰਹੇ। ਜੇ ਸੂਫੀਆਂ ਨੇ ਕਾਲੇ ਕੱਪੜੇ ਪਾਏ ਤਾਂ ਬਾਬਾ ਬੁੱਲੇ ਸ਼ਾਹ ਨੇ ਲਾਲ ਪਾ ਲਏ। ਉਹ ਕਹਿੰਦੇ ਜੇ ਉਹ ਬੜੇ ਸੀਰੀਅਸ ਤਰੀਕੇ ਨਾਲ ਇਬਾਦਤ ਕਰਦੇ, ਉਹ ਨੱਚ ਕੇ ਇਬਾਦਤ ਕਰਨ ਲੱਗ ਪਏ, ਉਹ ਘੁੰਗਰੂ ਬੰਨ੍ਹ ਕੇ ਨੱਚਣ ਲੱਗ ਪਏ ਜੀ। ਉਹ ਤਾਂ ਜਿਸ ਵੇਲੇ ਉਹ ਕਿਹਾ ਜਾਂਦਾ ਵੀ ਇੱਕ ਵਾਰ ਸ਼ਾਹ ਨਾਇਤ ਉਹਨਾਂ ਨਾਲ ਗੁੱਸੇ ਹੋ ਗਏ, ਤੇ ਸ਼ਾਹ ਨਾਇਤ ਜਿਸ ਵੇਲੇ ਗੁੱਸੇ ਹੋ ਗਏ ਤੇ ਨਹੀਂ ਬੜੀ ਕੋਸ਼ਿਸ਼ ਕੀਤੀ ਤਾਂ ਉਹ ਸ਼ਾਹ ਨਾਇਤ ਮੰਨਣ, ਤਾਂ ਫਿਰ ਇੱਕ ਵਾਰ ਕੀ ਫਿਰ ਬਾਬਾ ਬੁੱਲੇ ਸ਼ਾਹ ਨੇ ਲਾਲ ਕੱਪੜੇ ਪਾ ਕੇ ਉਹ ਆਪਣੇ ਘੁੰਗਰੂ ਬੰਨ੍ਹ ਕੇ, ਜਿਹਦੇ ਵਿੱਚ ਉਹਨਾਂ ਨਾ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ, ਮੈਨੂੰ ਨੱਚ ਕੇ ਯਾਦ ਮਨਾਉਣ ਦੇ, ਤੋਂ ਆ ਕੇ ਬਾਹਰ ਨੱਚਣ ਲੱਗ ਪਏ। ਤੇ ਬਾਹਰ ਜੇ ਨੱਚਣ ਲੱਗ ਪਏ ਤਾਂ ਉਹ ਨਹੀਂ ਆ ਕੇ ਕਿਹਾ ਵੀ ਉਹ ਤੂੰ ਬੁੱਲਾ, ਉਹ ਸਮਝ ਗਏ ਵੀ ਉਹੀ ਆ, ਕਹਿੰਦੇ ਉਹ ਤੂੰ ਬੁੱਲਾ, ਕਹਿੰਦਾ ਨਹੀਂ ਜੀ ਮੈਂ ਭੁੱਲ ਗਿਆ। ਉਹ ਕਹਿੰਦੇ ਅੱਛਾ ਕੋਈ ਨਹੀਂ ਤੂੰ ਆ ਜਾ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜਿੱਥੇ ਇਬਾਦਤ ਨੂੰ ਬੜਾ ਇੱਕ ਸੀਰੀਅਸ ਚੀਜ਼ ਮੰਨਿਆ ਗਿਆ ਸੀਗਾ ਸੂਫੀ ਮਤ ਦੇ ਵਿੱਚ, ਬੁੱਲੇ ਸ਼ਾਹ ਨੂੰ ਇਬਾਦਤ ਜਿੱਦਾਂ ਚੰਗੀ ਲੱਗੀ ਉਹਨੇ ਉਹ ਕੀਤੀ। ਸੋ ਬਾਬੇ ਬੁੱਲੇ ਸ਼ਾਹ ਨੂੰ ਨਾ ਆਪਾਂ ਕਿਸੇ ਇਸ ਕਿਸਮ ਦੇ ਧਰਮ 'ਚ ਬੰਨ ਸਕਦੇ ਹਾਂ, ਨਾ ਸੂਫੀ ਅੰਦਾਜ਼ 'ਚ ਬੰਨ ਸਕਦੇ। ਇੰਨਾ ਕਹਿ ਸਕਦੇ ਹਾਂ ਕਿ ਜਿਹੜਾ ਲਿਬਰਲਿਜ਼ਮ ਸੂਫੀਆਂ ਦੇ ਥਾਟ ਦੇ ਵਿੱਚ ਸੀ, ਜਿਹੜਾ ਸੂਫੀਆਂ ਦੇ ਫਲਸਫੇ ਵਿੱਚ, ਉਹਨਾਂ ਦੇ ਵਿਚਾਰ ਦਰਸ਼ਨ ਦੇ ਵਿੱਚ ਲਿਬਰਲਿਜ਼ਮ ਸੀ, ਉਹ ਬੁੱਲੇ ਸ਼ਾਹ ਦੀ ਬਾਣੀ ਦੇ ਵਿੱਚ ਜਾਂ ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਵਿੱਚ ਹੈ, ਪਰ ਉਹਨਾਂ ਦੇ ਟੋਟਲ ਅੰਦਾਜ਼ ਦੇ ਵਿੱਚ ਬੁੱਲੇ ਸ਼ਾਹ ਨਹੀਂ ਰਹੇ। ਪਰ ਸਾਹਿਬ ਬੁੱਲੇ ਸ਼ਾਹ ਸਾਹਿਬ ਕਹਿੰਦੇ ਨੇ ਕਿ ਇਸ਼ਕ ਦੀ ਨਵੀਂ ਨਵੀਂ ਬਹਾਰ, ਹਾਜੀ ਲੋਕ ਮੱਕੇ ਵੱਲ ਜਾਂਦੇ ਮੈਂ ਜਾਣਾ ਤਖਤ ਹਜ਼ਾਰੇ ਨਹੀਂ, ਰਾਂਝਾ ਰਾਂਝਾ ਕਹਿੰਦੀ ਮੈਂ ਆਪੇ ਰਾਂਝਾ ਹੋਈ। ਔਰ ਇਸ ਤੋਂ ਬਿਨਾਂ ਜਿੰਨੇ ਵੀ ਉਸ ਵੇਲੇ ਦੇ ਧਾਰਮਿਕ ਅਕੀਦੇ ਨੇ, ਉਹਨਾਂ ਸਾਰਿਆਂ ਨੂੰ ਬੜੀ ਕਰੜੀ ਸੱਟ ਮਾਰਦੇ ਨੇ ਜੀ। ਤੁਸੀਂ ਬੁੱਲੇ ਸ਼ਾਹ ਨੂੰ ਧਾਰਮਿਕ ਬੰਦਾ ਸਮਝਦੇ ਹੋ? ਜੇ ਤਾਂ ਤੁਹਾਡਾ ਕੁਐਸਚਨ ਇਹ ਆ ਕਿ ਕੀ ਬੁੱਲੇ ਦਾ ਕੋਈ ਧਰਮ ਸੀ, ਕਿਸੇ ਖਾਸ ਧਰਮ ਦੇ ਨਾਲ ਉਹ ਜੁੜੇ ਹੋ ਸੀਗੇ, ਫਿਰ ਉਹਦਾ ਜਵਾਬ ਹੋ ਰਿਹਾ। ਜੇ ਉਹਨਾਂ ਦਾ ਸਵਾਲ, ਜੇ ਤੁਹਾਡਾ ਸਵਾਲ ਇਹ ਹੈ ਕਿ ਕੀ ਬੁੱਲਾ ਟੋਟਲ ਦੇ ਵਿੱਚ ਧਾਰਮਿਕ ਸੀ, ਉਹਦਾ ਜਵਾਬ ਹੋ ਰਿਹਾ। ਕਿਉਂਕਿ ਜੇ ਤਾਂ ਆਪਾਂ ਇਹ ਕਹਿ ਲਈਏ ਵੀ ਉਹ ਕਿਸੇ ਧਰਮ ਨਾਲ, ਇੱਕ ਧਰਮ ਨਾਲ ਬੱਝੇ ਸੀ, ਫਿਰ ਤਾਂ ਉਹ ਨਹੀਂ ਸੀ ਬੱਝੇ, ਕਿਉਂਕਿ ਬੁੱਲੇ ਸ਼ਾਹ ਹੁਣੀ ਜਿਹੜਾ ਹੈਗਾ ਉਸ ਕਿਸਮ ਦੇ ਜਿਹੜੇ ਦੋ ਵੱਡੇ ਧਰਮ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਸੀ, ਉਹਨਾਂ ਤੋਂ ਕਲੀਅਰ ਕੱਟ ਉਹ ਦੋਨਾਂ ਤੋਂ ਬਾਗੀ ਸੀ। ਕਾਫਰ ਸੀ ਜੀ? ਕਾਫਰ ਤਾਂ ਆਪਾਂ ਉਹ ਉਸੇ ਨੌਨ ਬਲੀਵਰ ਨੂੰ ਕਹਿੰਦੇ ਹਾਂ। ਬੁੱਲੇ ਸ਼ਾਹ ਬਲੀਵ ਕਰਦੇ ਸੀ, ਪਰ ਉਹਨਾਂ ਦੇ ਆਪਣੇ ਬਲੀਵ ਸੀਗੇ, ਆਪਣੇ ਉਹਨਾਂ ਦੇ ਵਿਸ਼ਵਾਸ ਸੀਗੇ, ਜਿਹਦੇ ਵਿੱਚ ਹੁਣ ਅਸੀਂ ਦੇਖਦੇ ਨਾ ਆਪਾਂ ਉਹ ਉਹਨਾਂ ਦੀ ਇੱਕ ਬੜੀ ਹੈਗੀ ਹੈ ਮਸ਼ਹੂਰ ਮੇਰੀ ਬੁੱਕਲ ਦੇ ਵਿੱਚ ਚੋਰ ਚੋਰ, ਤੇ ਉਹਦੇ ਵਿੱਚ ਉਹਨਾਂ ਤੇ ਇੱਕ ਆਉਂਦਾ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹ ਕਦੀਮੀ ਸ਼ੋਰ ਸ਼ੋਰ ਮੇਰੇ ਬੁੱਕਲ ਦੇ ਵਿੱਚ ਚੋਰ। ਇੱਕ ਉਹਨਾਂ ਦਾ ਮੈਨੂੰ ਹੈ, ਉਹ ਥੋੜਾ ਮੈਨੂੰ ਯਾਦ ਹੈ, ਜਿਹਦੇ ਵਿੱਚ ਉਹ ਕਹਿੰਦੇ ਹੈਗੇ ਆ ਮੁਸਲਮਾਨ ਸਾੜਨ ਤੋਂ ਡਰਦੇ, ਹਿੰਦੂ ਡਰਦੇ ਗੌਰ, ਇਹ ਕਦੀਮੀ ਇਹ ਦੋਹਾਂ ਦੀ ਖੋਰ ਕੁਛ ਇੱਦਾਂ ਦਾ ਪੂਰਾ ਉਹਦੇ 'ਚ ਯਾਦ ਨਹੀਂ ਹੈ, ਪਰ ਉਹਦੇ ਵਿੱਚ ਉਹ ਇਹ ਕਹਿੰਦੇ ਹੈਗੇ ਆ ਵੀ ਉਹ ਚਾਹੇ ਸਾੜੋ ਤਾਂ ਚਾਹੇ ਉਹਨੂੰ ਦਬਾਓ, ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਰਾਮਦਾਸ ਕਿਤੇ ਫਤਿਹ ਮੁਹੰਮਦ, ਕੋਈ ਰਾਮਦਾਸ ਦੇ ਝਗੜੇ 'ਚ ਪਿਆ, ਕੋਈ ਫਤਿਹ ਮੁਹੰਮਦ ਦੇ ਝਗੜੇ ਦੇ ਵਿੱਚ ਪਿਆ ਆ, ਇਹ ਝਗੜੇ ਉਹਦੇ ਵਿੱਚ ਹੈ ਨਹੀਂ। ਸੋ ਇਸ ਪੱਖੋਂ ਆਪਾਂ ਜਿਹਨੂੰ ਅੱਜ ਦੇ ਯੁੱਗ ਦੇ ਵਿੱਚ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬੁੱਲੇ ਸ਼ਾਹ ਇੱਕ ਕਿਸਮ ਦੇ ਨਾਲ ਸੈਕੂਲਰ ਇੱਦਾਂ ਸੀ ਕਿ ਜਿਹੜੇ ਉਸ ਸਮੇਂ ਦੇ ਪ੍ਰਚਲਿਤ ਧਰਮ ਸੀਗੇ, ਉਹਨਾਂ ਦੇ ਵਿੱਚ ਬੁੱਲੇ ਸ਼ਾਹ ਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਬੰਨਿਆ ਨਹੀਂ। ਔਰ ਉਹਦੇ ਵਿੱਚ ਪਰ ਜੇ ਆਪਾਂ ਇਹ ਕਹੀਏ ਕਿ ਬੁੱਲੇ ਸ਼ਾਹ ਦਾ ਕੀ ਧਰਮ ਦਾ ਐਸੈਂਸ ਉਹਨਾਂ ਦੇ ਵਿੱਚ ਸੀਗਾ, ਤਾਂ ਉਹ ਧਰਮ ਦਾ ਐਸੈਂਸ ਜਿਹੜਾ ਸੀਗਾ, ਮਜ਼ਹਬ ਦਾ ਐਸੈਂਸ ਜਿਹੜਾ ਸੀ, ਉਹ ਬੁੱਲੇ ਸ਼ਾਹ ਦੇ ਵਿੱਚ ਸੀਗਾ। ਇਸ਼ਕ ਹਕੀਕੀ ਨੂੰ ਜਿਹੜੀਆਂ ਉੱਚੀਆਂ ਮੰਜ਼ਲਾਂ ਦੇ ਉੱਤੇ ਬੁੱਲੇ ਸ਼ਾਹ ਨੇ ਪਹੁੰਚਾਇਆ, ਕਿਉਂਕਿ ਇਸ਼ਕ ਹਕੀਕੀ ਜਿਹੜਾ ਹੈ ਉਹ ਧਰਮ ਦਾ ਇੱਕ ਹਿੱਸਾ ਹੈ। ਉਸ ਪਰਮਾਤਮਾ ਖੁਦਾ ਦੇ ਨਾਲ ਜਿਹੜਾ ਇਸ਼ਕ ਸੀਗਾ, ਉਹਦਾ ਇਸ਼ਕ ਹਕੀਕੀ ਦੇ ਨਾਲ ਚੱਲਿਆ। ਸੋ ਉਸ ਪੱਖੋਂ ਉਹ ਬੁੱਲੇ ਸ਼ਾਹ ਜਿਹੜੇ ਸੀਗੇ ਉਹ ਬਿਲਕੁਲ ਧਾਰਮਿਕ ਆਦਮੀ ਸੀਗੇ, ਔਰ ਬਿਲਕੁਲ ਜਿਹੜੇ ਹੈਗੇ ਆ ਮਜ਼ਹਬ ਨੂੰ ਮੰਨਣ ਵਾਲੇ ਸੀਗੇ, ਪਰ ਉਹ ਮਜ਼ਹਬ ਨੂੰ ਮੰਨਣ ਵਾਲੇ ਸੀਗੇ, ਕਿਸੇ ਖਾਸ ਮਜ਼ਹਬ ਨੂੰ ਮੰਨਣ ਵਾਲੇ ਨਹੀਂ ਸੀ। ਵੈਸੇ ਭਾਵੇਂ ਬੁੱਲੇ ਸ਼ਾਹ ਨੂੰ ਹੋਇਆ ਜੀ 300 ਸਾਲ ਹੋ ਗਿਆ, ਪਰ ਜਿਹੜਾ ਉਹਨਾਂ ਦਾ ਸੁਨੇਹਾ ਤੇ ਫਿਲਾਸਫੀ ਹੈ ਉਹ ਬੜੀ ਨਵੀਨਵਾਦੀ ਸਾਇੰਟੀਫਿਕ ਹੈ, ਤਰਕ ਦੀ ਗੱਲ ਆਉਂਦੀ ਹੈ, ਤਰਕਸ਼ੀਲ ਗੱਲਬਾਤ ਆਉਂਦੀ ਹੈ। ਤੁਹਾਡਾ ਕੀ ਖਿਆਲ ਹੈ ਬੁੱਲੇ ਸ਼ਾਹ ਦਾ ਜਿਹੜਾ ਫਲਸਫਾ ਹੈ ਅੱਜ ਦੇ ਢਾਂਚੇ 'ਚ, ਸਮਾਜਿਕ ਢਾਂਚੇ ਤੇ ਧਾਰਮਿਕ ਢਾਂਚੇ 'ਚ ਕਿਵੇਂ ਫਿੱਟ ਹੁੰਦਾ ਜੀ?
ਬੁੱਲੇ ਸ਼ਾਹ ਤਰਕ ਦੀ ਗੱਲ ਵੀ ਕਰਦੇ ਔਰ ਬੜੇ ਆਪਣੇ ਅੰਦਾਜ਼ ਦੇ ਵਿੱਚ ਕਰਦੇ ਆ। ਉਹਨਾਂ ਦੀ ਇੱਕ ਕਾਫੀ ਹੈਗੀ ਆ ਕਿ ਜੇ ਰੱਬ ਨਾਤਿਆਂ ਧੋਤਿਆਂ ਮਿਲਦਾ ਡਡੂਆਂ ਮੱਛੀਆਂ, ਜੇ ਰੱਬ ਜੰਗਲ ਵੇਲੇ ਮਿਲਦਾ ਗਊਆਂ ਬੱਛੀਆਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਜਾਂ ਇੱਦਾਂ ਦਾ ਇੱਕ ਬੁੱਲੇ ਸ਼ਾਹ ਦੀ ਕਾਫੀਆਂ ਦੇ ਵਿੱਚ ਕਈ ਵਾਰ ਲਫ਼ਜ਼ਾਂ ਦੀ ਤੋੜ ਮਰੋੜ ਹੈ ਕਿ ਉਹ ਸਾਨੂੰ ਓਰੀਜਨਲ ਨਹੀਂ ਮਿਲਦੇ, ਸੋ ਉਹਦੇ ਵਿੱਚ ਕਈ ਵਾਰ ਇੱਧਰ ਉੱਧਰ ਹੋ ਜਾਂ ਆਪਾਂ ਇੱਕ ਹੋਰ ਵੀ ਆ ਨਾ ਰੱਬ ਨਾਤਿਆਂ ਧੋਤਿਆਂ ਮਿਲਦਾ, ਨਾ ਰੱਬ ਵਿੱਚ ਮਸੀਤਾਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਸਾਫ਼ ਜਿਨ੍ਹਾਂ ਦੀਆਂ ਨੀਤਾਂ। ਸੋ ਬੁੱਲੇ ਸ਼ਾਹ ਨੇ ਕਰਮ ਦੇ ਉੱਤੇ ਜਾ ਕੇ ਜਿਹੜਾ ਹੈਗਾ ਉਹਦੇ 'ਤੇ ਜ਼ੋਰ ਦਿੱਤਾ ਉਹਨੇ। ਉਹਦੇ ਵਿੱਚ ਜਿੱਦਾਂ ਸਮਝਾਇਆ ਵੀ ਉਹਨੇ ਤਰਕ ਦੇ ਨਾਲ ਵੀ ਡੱਡੂਆਂ ਮੱਛੀਆਂ ਜਾਂ ਗਾਈਆਂ ਦੀਆਂ ਮਿਸਾਲਾਂ ਦੇ ਕੇ ਉਹਨੇ ਦੱਸਿਆ। ਸੋ ਬੁੱਲੇ ਸ਼ਾਹ ਦਾ ਫਲਸਫਾ ਅੱਜ ਦੇ ਯੁੱਗ ਦੇ ਵਿੱਚ ਵੀ ਬਹੁਤ ਰੈਲੀਵੈਂਟ ਹੈ ਔਰ ਇਹਦੀ ਰੈਲੀਵੈਂਸੀ ਇਸ ਗੱਲ ਦੇ ਵਿੱਚ ਆ ਕਿ ਮੈਨੂੰ ਨਹੀਂ ਲੱਗਦਾ ਕਿ ਧਾਰਮਿਕ ਕੱਟੜਪੁਣਾ ਕੀ ਉਸ ਵੇਲੇ ਨਾਲੋਂ ਕੁਝ ਘਟ ਗਿਆ ਹੋਵੇ। ਅੱਜ ਵੀ ਸਾਰੇ ਧਰਮ ਜਿਹੜੇ ਹੈਗੇ ਆ ਆਪਣੇ ਆਪਣੇ ਤੌਰ 'ਤੇ ਉੱਦਾਂ ਹੀ ਕੱਟੜ ਖੜੇ ਆ ਔਰ ਉੱਦਾਂ ਹੀ ਉਹਨਾਂ ਦੇ ਵਿੱਚ ਕਿਸੇ ਵੱਲ ਨੂੰ ਵੀ ਅਸੀਂ ਕਹਿ ਸਕਦੇ ਹਾਂ ਥੋੜ੍ਹੀ ਜਿਹੀ ਵੀ ਅੰਡਰਸਟੈਂਡਿੰਗ ਜਿਹੜੀ ਦੇ ਨਹੀਂ ਰਹੇ। ਆਪਣੀ ਆਪਣੀ ਜਗ੍ਹਾ ਦੇ ਵਿੱਚ ਜਿਹੜੇ ਹੈਗੇ ਆ ਉਹ ਬੜੀ ਜ਼ੋਰਦਾਰ ਤਰੀਕੇ ਦੇ ਨਾਲ ਉਹਦੇ ਉੱਤੇ ਉਹ ਪਹਿਰਾ ਦੇ ਰਹੇ। ਸੋ ਬਾਬਾ ਬੁੱਲੇ ਸ਼ਾਹ ਨੂੰ ਜੇ ਆਪਾਂ ਲੈ ਲਈਏ ਜਿਹਦੇ ਵਿੱਚ ਉਹ ਸਾਰਿਆਂ ਨੂੰ ਹੀ ਕਹੀ ਜਾਂਦੇ ਆ ਵੀ ਨਹੀਂ ਵੀ ਆਹ ਇੱਕੋ ਹੀ ਰਾਹ ਆ ਜਿਹੜਾ ਹੈਗਾ ਵੀ ਸਿੱਧਾ ਰੱਬ ਦੇ ਨਾਲ ਕੋਈ ਵਿਚੋਲਾ ਨਹੀਂ, ਸਿੱਧੀ ਰੱਬ ਦੇ ਨਾਲ ਗੱਲ। ਜੇ ਧਾਰਮਿਕ ਤੌਰ 'ਤੇ ਆਪਾਂ ਬਾਬਾ ਬੁੱਲੇ ਸ਼ਾਹ ਨੂੰ ਹੁਣ ਇਸ ਵੇਲੇ ਦੇ ਯੁੱਗ ਦੇ ਵਿੱਚ ਦੇਖੀਏ ਤਾਂ ਬਾਬੇ ਬੁੱਲੇ ਸ਼ਾਹ ਦੀ ਬੜੀ ਇਸ ਕੱਟੜਵਾਦ ਦੇ ਵਿੱਚ ਰੈਲੀਵੈਂਸ ਹੈ, ਕਿਉਂਕਿ ਉਹ ਯੁੱਗ ਵੀ ਬੜਾ ਕੱਟੜਵਾਦੀ ਯੁੱਗ ਸੀਗਾ ਜਿਹਦੇ ਵਿੱਚ ਸਾਰਾ ਸਿੱਖ ਮੂਵਮੈਂਟ ਚੱਲ ਰਹੀ ਹੈ। ਅੱਜ ਦਾ ਯੁੱਗ ਵੀ ਕੱਟੜਵਾਦੀ ਯੁੱਗ ਹੈ, ਇਹਦੇ ਵਿੱਚ ਕੋਈ ਰਾਇਤ ਨਹੀਂ ਬਹੁਤੀ ਮਿਲ ਰਹੀ। ਸੋ ਬਾਬਾ ਬੁੱਲੇ ਸ਼ਾਹ ਇਸ ਵੇਲੇ ਵੀ ਸਾਡੇ ਸਾਹਮਣੇ ਚਾਨਣ ਮਨਾਰਾ ਹੈ ਔਰ ਇਸ ਵੇਲੇ ਵੀ ਜੇ ਅਸੀਂ ਦੱਸੀਏ ਤਾਂ ਸਾਨੂੰ ਮਾਰਗ ਦਰਸ਼ਨ ਸਾਡਾ ਉਹ ਕਰ ਸਕਦੇ ਆ ਜੀ ਇਸ ਵੇਲੇ। ਬਸ ਫੁਰਸਤ ਕਰਨ ਲਈ ਬੜੀ ਮਿਹਰਬਾਨੀ ਜੀ, ਇੱਕ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਬਾਬਾ ਬੁੱਲੇ ਸ਼ਾਹ ਜੀ ਤੇ 2 ਹਿੱਸਿਆਂ ਦੇ ਵਿੱਚ ਪੇਸ਼ ਕੀਤੇ ਗਏ ਇਸ ਸੈਗਮੈਂਟ ਨੂੰ ਇਕੱਠਾ ਕਰਕੇ ਵੀ ਅਸੀਂ ਪੂਰੇ ਦਾ ਪੂਰਾ YouTube ਤੇ ਪੋਸਟ ਕਰ ਦੇਵਾਂਗੇ। ਇਸ ਤੋਂ ਪਹਿਲਾਂ ਕਿ ਸਾਡੀ ਪੰਜਾਬ ਦੀ ਰਿਪੋਰਟਿੰਗ ਟੀਮ ਵੱਲੋਂ ਚੋਣਾਂ ਦੇ ਮੱਦੇਨਜ਼ਰ ਪੇਸ਼ ਕੀਤੇ ਜਾ ਰਹੇ ਸੈਗਮੈਂਟਸ ਦੀਆਂ ਹਾਈਲਾਈਟਸ ਪੇਸ਼ ਕੀਤੀਆਂ ਜਾਣ, ਜਿਸ ਦੇ ਵਿੱਚ ਰਾਜਾ ਵੜਿੰਗ, ਹਰਸਿਮਰਤ ਕੌਰ ਬਾਦਲ, ਭਗਵੰਤ ਮਾਨ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਪ੍ਰਤੀਕਰਮਾਂ ਦੀਆਂ ਝਲਕੀਆਂ ਹਨ ਕਿ ਉਹਨਾਂ ਤੁਹਾਡੇ ਮਨੋਰੰਜਨ ਲਈ ਭਗਵੰਤ ਮਾਨ ਹੋਣਾ ਤੋਂ ਮਾਡਰਨ ਮਿਰਜ਼ਾ ਸੁਣੀ ਹੈ, ਜੋ ਸਾਡੇ ਵੱਲੋਂ 1998 ਦੇ ਵਿੱਚ ਕਰਵਾਈ ਗਈ ਚਰਨਜੀਤ ਅਹੂਜਾ ਨਾਈਟ ਦੇ ਵਿੱਚ ਵੈਨਕੂਵਰ ਦੇ ਵਿੱਚ ਪੇਸ਼ ਕੀਤਾ ਸੀ। ਲਓ ਜੀ, ਗੱਲ ਇਹ ਆ ਮਿਰਜ਼ੇ ਦੀ ਫਰਮਾਇਸ਼ ਹੈ, ਮਾਡਰਨ ਮਿਰਜ਼ੇ ਦੀ। ਪਹਿਲਾਂ ਵਾਲੇ ਮਿਰਜ਼ੇ ਬਾਰੇ ਤੁਸੀਂ ਸੁਣਿਆ, ਅੱਜ ਕੱਲ੍ਹ ਵਾਲੇ ਮਿਰਜ਼ੇ ਬਾਰੇ ਮੈਂ ਦੱਸ ਦੇਣਾ। ਪਹਿਲਾਂ ਵਾਲਾ ਵਿਚਾਰਾ ਬੱਕੀ ਤੇ ਫਿਰਦਾ ਰਿਹਾ, ਅੱਜ ਕੱਲ੍ਹ ਬੰਬੂ ਕਾਟ ਤੇ ਹੈ। ਮਾਡਰਨ ਜ਼ਮਾਨਾ ਹੈ, ਮੋਟਰਸਾਈਕਲ ਜਾਨੀ ਕਿ ਬੰਬੂ ਕਾਟ। ਅੱਜ ਕੱਲ੍ਹ ਦਾ ਮਿਰਜ਼ਾ ਜੈਂਕੀ ਸ਼ੈਂਕੀ ਹੋ ਕੇ ਸਾਹਿਬਾਂ ਦੇ ਘਰ ਕੋਲ ਚਲਾ ਗਿਆ, ਮੋਟਰਸਾਈਕਲ ਤੇ ਸਾਹਿਬਾਂ ਬਿਠਾ ਲਈ ਤੇ ਕਿੱਥੋਂ ਲੱਭਦੀ ਹੈ ਧਿਆਨ ਦੇਣਾ। ਪਹਿਲਾਂ ਵਾਲਾ ਤਾਂ ਜੰਡ ਥੱਲੋਂ ਲੱਭ ਗਿਆ ਸੀ, ਅੱਜ ਕੱਲ੍ਹ ਵਾਲਾ ਨਾ ਕੋਈ ਬਾਜਾ ਨਾ ਕੋਈ ਢੋਲਕ, ਸਭ ਕੁਝ ਮੂੰਹ ਨਾਲ ਟਿਉਂ ਟਿਉਂ ਟਿਉਂ। ਮਾਡਰਨ ਮਿਰਜ਼ਾ। ਹੋ ਮਿਰਜ਼ਾ ਸਾਹਿਬਾਂ ਵੱਲ ਨੂੰ ਤੁਰ ਪਿਆ, ਉਹ ਯਾਰੋ ਲੈ ਕੇ ਬੰਬੂ ਕਾਟ। ਉਹ ਕਹਿੰਦਾ ਗੱਲ ਸੁਣ ਸਾਹਿਬਾਂ ਮੇਰੀਏ, ਨੀ ਇਹ ਪਹਿਲੀ ਕਿੱਕ ਸਟਾਰਟ ਨੀ ਮੇਰੇ ਚਾਚੇ ਨੇ ਪੈਟਰੋਲ ਪੰਪ ਲੈ ਲਿਆ, ਹੁਣ ਤੇਲ ਦੀ ਕੋਈ ਨਾ ਘਾਟ ਨੀ ਸਾਹਿਬਾਂ ਫੁਕਰੀਏ ਟਿਉਂ 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 ਟਿਉਂ। ਉਹ ਦੋਨੋਂ ਚਲਦੇ ਚਲਦੇ ਪਹੁੰਚ ਗਏ ਉਹ ਵਿੱਚ ਹੋਟਲ 5 ਸਟਾਰ। ਉਹ ਮਿਰਜ਼ਾ ਕਹਿੰਦਾ ਮੈਂ ਸਾਹਿਬਾਂ ਤੇਰੇ ਵੀਰਾਂ ਨੂੰ ਨੀ 2 ਪਲ ਵਿੱਚ ਦਿਉਂ ਸੁਧਾਰ। ਉਹ ਯਾਰ ਅੱਗਿਓਂ ਸਾਹਿਬਾਂ ਬੋਲਦੀ ਵੇ ਮਿਰਜ਼ਾ ਹੋਕੇ ਫੈਂਟਰ ਨਾ ਮਾਰ, ਵੇ ਤੈਨੂੰ ਭੱਜੇ ਨੂੰ ਬਾਣ ਨਹੀਂ ਲੱਭਣੇ, ਵੇ ਤੇਰੇ ਢਿੱਡ 'ਚ 85 ਕਿਲੋ ਭਾਰ, ਵੇ ਤੇਰਾ ਮੋਟਰਸਾਈਕਲ ਨਹੀਂ ਚੱਲਣਾ, ਮੇਰੇ ਭਾਈਆਂ ਕੋਲੇ ਮਰੂਤੀ ਕਾਰ ਵੇ। ਹਾਏ ਮਿਰਜ਼ਾ ਗੱਪਿਆ ਟਿਉਂ 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 ਟਿਉਂ। ਹੋ ਯਾਰੋ ਅੱਗਿਓਂ ਮਿਰਜ਼ਾ ਬੋਲਦਾ ਪੀ ਕੇ ਹੋਟਲ ਦੀ ਸਪੈਸ਼ਲ ਚਾਹ, ਨੀ ਮੈਂ ਜੁੱਡੋ ਕਰਾਟੇ ਬਾਕਸਿੰਗ ਕਬੱਡੀ ਜਾਣਦਾ, ਤੇਰੇ ਭਾਈਆਂ ਦਾ ਪਾ ਦਿਉਂਗਾ, ਨੀ ਕਿਹੜੀ ਗੱਲ ਤੋਂ ਡਰੇ ਤੂੰ ਸਾਹਿਬਾਂ, ਬੈਠੀ ਰਾਮ ਨਾਲ ਸਮੋਸੇ ਖਾ, ਨੀ ਸਾਹਿਬਾਂ ਡਰ ਪੋਕਣੇ ਟਿਉਂ 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 ਟਿਉਂ। ਐਨੇ ਚਿਰ ਨੂੰ ਸਾਹਿਬਾਂ ਦੇ ਭਾਈ ਆ ਗਏ। ਹੋਟਲ ਦੇ ਵਿੱਚ ਕੀ ਹੁੰਦਾ,
ਐਨੇ ਚਿਰ ਨੂੰ ਸਹਿਬਾਂ ਦੇ ਵੀਰ ਲੈ ਕੇ ਆ ਗਏ ਮਰੂਤੀ ਵੈਨ। ਉਹ ਜਦੋਂ ਦੇਖੀ ਉਹਨਾਂ ਨੇ ਆਪਣੀ ਮਿਰਜੇ ਨਾਲ ਸਮੋਸੇ ਖਾਂਦੀ ਭੈਣ, ਉਹਨਾਂ ਹੋਟਲ ਦੀ ਘੇਰਾਬੰਦੀ ਕਰ ਲਈ, ਮੋਟਰਸਾਈਕਲ ਦੀ ਤੋੜਤੀ ਚੈਨ। ਹਾਏ ਮਿਰਜ਼ਾ ਫਸ ਗਿਆ, ਟਿਉ 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 ਟਿਉ। ਪੁਲਿਸ ਆ ਗਈ, ਪੁਲਿਸ ਨੇ ਲਓ ਜੀ ਆ ਕੇ ਕੰਮ ਕਰਤਾ। ਥਾਣੇਦਾਰ ਨੇ ਥੱਪੜ ਜਦ ਮਾਰਿਆ, ਉਹ ਗੜਮਾ ਮਿਰਜ਼ੇ ਦਾ ਖੁੱਲ ਗਿਆ, ਉਹਨੂੰ ਘੁੰਮਣ ਘੇਰੀਆਂ ਲੱਗੀਆਂ, ਸਮੋਸੇ ਖਾਣਾ ਵੀ ਭੁੱਲ ਗਿਆ, ਉਹਦੀ ਜੇਬ ਚੋਂ ਬੀੜੀਆਂ ਡਿੱਗੀਆਂ, ਸਾਰਾ ਜਰਦਾ ਵੀ ਡੁੱਲ ਗਿਆ। ਆਏ ਵੇ ਜਰਦੇ ਬਾਰੇ ਬੜਾ ਰੌਲਾ ਪਿਆ, ਕਈ ਸਟਾਫ ਮੈਂਬਰ ਬੈਠੇ ਆ ਮਿਰਜ਼ੇ ਦੇ। ਹੈ ਉਹ ਮਿਰਜ਼ਿਆ ਅਮਲੀਆ, ਟਿਉ 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 ਟਿਉ। ਆਖਰੀ ਲੈਣਾ ਨੇ ਧਿਆਨ ਨਾਲ ਸੁਣਨ ਵਾਲੀਆਂ ਨੇ। ਮਿਰਜ਼ੇ ਨਾਲ ਕੀ ਹੁੰਦਾ ਯਾਰੋ, ਮਿਰਜ਼ੇ ਨੂੰ ਪੁਲਿਸ ਫੜ ਲੈ ਗਈ, ਉਹਦਾ ਕੁੱਟ ਕੁੱਟ ਬਦਲਤਾ ਭੇਸ, ਨਾਲੇ ਮਿਰਜ਼ੇ ਦਾ ਬਟੂਆ ਡਿੱਗ ਪਿਆ, ਨਾਲੇ ਹੋਟਲ 'ਚ ਰਹਿ ਗਿਆ ਖੇਸ। ਉਹ ਯਾਰੋ ਮਿਰਜ਼ੇ ਨੂੰ ਜੇਲ੍ਹ ਵਿੱਚ ਭੇਜਤਾ, ਪੁਲਿਸ ਨੇ ਪਾ ਕੇ ਭੁੱਕੀ ਦਾ। ਹਾਏ ਮਿਰਜ਼ਾ ਫਸ ਗਿਆ, ਟਿਉ 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 ਟਿਉ। ਕੈਪਟਨ ਨੇ ਕਿਹਾ ਕਿ ਸਿੱਧੂ ਦੀਆਂ ਤਾਰਾਂ ਜਿਹੜੀਆਂ ਉਹ ਪਾਕਿਸਤਾਨ ਤੋਂ ਹੋ ਰਹੀਆਂ ਸੀ। ਮੈਂ ਕੈਪਟਨ ਸਾਹਿਬ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੀਆਂ, ਤਾਰਾਂ ਤਾਂ ਕਈਆਂ ਦੀਆਂ ਪਾਕਿਸਤਾਨੋਂ ਹਿਲਦੀਆਂ ਸੀ। ਡਰੱਗ ਮਾਮਲੇ 'ਚ ਦੁਬਾਰਾ ਫੇਰ ਹਾਈ ਕੋਰਟ ਨੇ ਉਹਨਾਂ ਨੂੰ ਉਹ ਕੀਤਾ। ਬਿਲਕੁਲ ਜੀ, ਗੰਭੀਰ ਮੁੱਦਾ ਹੈ, ਪੂਰੇ ਪੰਜਾਬ ਦਾ ਮੁੱਦਾ ਸੀ। ਅੱਗੇ ਕੀ ਹੋਣਾ ਕੀ ਨਹੀਂ ਹੋਣਾ ਮੈਂ ਉਹਦੇ ਤੇ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਇਹ ਮੁੱਦਾ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਮੈਂ ਉਹਦੇ ਤੇ ਟਿੱਪਣੀ ਕਰਦਾ ਕੋਈ ਚੰਗਾ ਨਹੀਂ ਲੱਗਦਾ। ਜਦੋਂ ਮੁੱਦਾ ਹਾਈ ਕੋਰਟ 'ਚ ਹੋਵੇ ਉਹਦੇ ਤੇ ਮੇਰੇ ਵਰਗੇ ਵਿਅਕਤੀ ਦੀ ਟਿੱਪਣੀ ਕਰਨਾ ਕੋਈ ਬਹੁਤੀ ਚੰਗੀ ਗੱਲ ਨਹੀਂ। ਜੇ ਮੇਰੇ ਭਰਾ ਨੇ ਸੂਈ ਦੀ ਨੱਕੀ ਭਰਦਾ ਵੀ ਕਿਸੇ ਚਿੱਟੇ ਦਾ ਕੋਈ ਤਸਕਰੀ ਕੀਤੀ ਆ ਵੇਚਿਆ, ਕੋਈ ਲੈਣਾ ਦੇਣਾ ਵੀ ਹੈ, ਫਿਰ ਪਰਮਾਤਮਾ ਉਹਦਾ ਕੱਖ ਨਾ ਰਹਿਣ ਦੇ। ਜਿਨ੍ਹਾਂ ਨੇ ਵਿਕਰਮ ਨੂੰ ਅੱਗੇ ਰੱਖ ਕੇ ਉਹਦੀ ਆੜ 'ਚ ਆਪ ਨਸ਼ੇ ਵੀ ਵੇਚੇ ਨੇ ਤੇ ਆਪ ਨਸ਼ਿਆਂ ਦੇ ਉੱਤੇ ਵੇਚਣ ਦੇਖ ਕੇ ਵੀ ਅਣਦੇਖਾ ਕੀਤਾ ਹੈ ਤੇ ਇਹਨਾਂ ਪੁੱਤਾਂ ਤੇ ਭਰਾਵਾਂ ਨੂੰ ਮਰਨ ਦਿੱਤਾ ਹੈ, ਤੇ ਜਿਨ੍ਹਾਂ ਨੇ ਸਿਆਸਤ ਖੇਡੀ ਹੈ, ਅੱਜ ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਨਾਂ 'ਚ ਬੇਨਤੀ ਕਿ ਉਹਨਾਂ ਦਾ ਵੀ ਕੱਖ ਨਾ ਰਹੇ। ਸੁਖਬੀਰ ਸਿੰਘ ਬਾਦਲ ਤਾਂ ਕਦੇ ਵੀ ਕੁਝ ਵੀ ਕਹਿ ਸਕਦਾ ਹੈ। ਹੁਣ ਜਦੋਂ ਮਜੀਠੀਏ ਦੀ ਗੱਲ ਆਈ ਤਾਂ ਉਹਨੂੰ ਸਿੱਧੂ ਮੂਸੇਵਾਲਾ ਯਾਦ ਆ ਗਿਆ। ਪਹਿਲਾਂ ਤਾਂ ਇੰਨੇ ਦਿਨ ਸਿੱਧੂ ਮੂਸੇਵਾਲੇ ਦੀ ਕੋਈ ਗੱਲ ਨਹੀਂ ਸੀ। ਸੋ ਆਪਦੇ ਗੁਨਾਹਾਂ ਨੂੰ ਛੁਪਾਉਣ ਦੀ ਖਾਤਰ ਕਿਸੇ ਦਾ ਨਾਮ ਲੈਣਾ, ਐਡੇ ਵੱਡੇ ਬੰਦਾ ਜਿਹੜਾ ਰਿਹਾ ਹੋਵੇ ਉਹ ਰਸਤੇ ਸ਼ੋਭਾ ਨਹੀਂ ਦਿੰਦਾ। ਉਲਟਾ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਨਾ ਕਿ ਕਿਸੇ ਉੱਤੇ ਇਲਜ਼ਾਮ ਲਾਉਣੇ ਚਾਹੀਦੇ। ਸਿੱਧੂ ਮੂਸੇਵਾਲੇ ਤੇ ਮੈਨੂੰ ਨਹੀਂ ਲੱਗਦਾ ਕੋਈ ਐਸਾ ਸੰਗੀਨ ਮਸਲਾ ਹੈਗਾ। ਅਸੀਂ ਬੇਅਦਬੀ ਮਾਮਲੇ ਦੀ ਨਿਰੰਤਰ ਜਾਂਚ ਕਰਦੇ ਰਹੇ। ਸਾਨੂੰ ਪਤਾ ਨਹੀਂ ਸੀ ਕਿ ਸਾਡੇ ਲੋਕ ਹੀ ਵਿਰੋਧੀਆਂ ਨਾਲ ਮਿਲ ਜਾਣਗੇ। ਪੌਣੇ 5 ਸਾਲ ਉਹ ਮਿਲੇ ਰਹੇ, ਔਰ ਜਦ ਤੱਕ ਸਾਨੂੰ ਪਤਾ ਲੱਗਿਆ ਉਹ ਬੜੀ ਦੇਰ ਹੋ ਚੁੱਕੀ ਸੀ। ਲੇਕਿਨ ਅਸੀਂ ਨਿਰੰਤਰ ਆਪਦਾ ਸਿਸਟਮ ਜਾਰੀ ਰੱਖਿਆ। ਮੈਨੂੰ ਲੱਗਦਾ ਕਿ ਚੋਣਾਂ ਤੋਂ ਬਾਅਦ ਨਤੀਜਾ ਔਰ ਫੈਸਲਾ ਹੋ ਜਾਏਗਾ ਕਿ ਕੌਣ ਬੇਅਦਬੀ ਦਾ ਜ਼ਿੰਮੇਦਾਰ ਸੀ। ਹਰ ਵਕਤ ਕਹਿੰਦੇ ਨੇ ਪੰਜਾਬ ਜਿੱਤੂਗਾ, ਵੀ ਜਿੱਤਿਆ ਤਾਂ ਹੋਇਆ ਤੁਸੀਂ ਪੰਜਾਬ। ਇੱਕ ਪਾਸੇ ਤਾਂ ਉਹ ਨੇ, ਦੂਜੇ ਪਾਸੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਡਰੱਗਸ ਦੇ, ਉਹ ਵੀ ਸੱਤਾ ਭੋਗੀ, ਤੇ ਉਹਨਾਂ ਦੇ ਨਾਲ ਟੱਕਰ ਲੈਣ ਲਈ ਸਾਡੇ ਵੱਲੋਂ ਡਾਕਟਰ ਜੀਵਨਜੋਤ ਕੌਰ, ਇੱਕ ਪੜ੍ਹੀ ਲਿਖੀ ਕੁੜੀ, ਦੋਨੋਂ ਆਪਸ ਚ ਤੂੰ ਮੈਂ ਕਰਦੇ ਆ। ਉਹ ਉਹਨੂੰ ਲੰਬੂ ਕਹਿੰਦਾ, ਉਹ ਉਹਨੂੰ ਠੋਕੋ ਤਾਲੀ ਹੈ। ਪਰ ਸਾਡੀ ਕੁੜੀ ਕੀ ਕਹਿ ਰਹੀ ਹੈ? ਸਕੂਲ ਬਣਾਵਾਂਗੇ ਜੀ, ਹਸਪਤਾਲ ਬਣਾਵਾਂਗੇ ਜੀ, ਗੁਰੂ ਕੀ ਨਗਰੀ ਨੂੰ ਸਾਫ਼ ਸੁਥਰੀ ਬਣਾਵਾਂਗੇ ਜੀ, ਅਸੀਂ ਡਿਵੈਲਪਮੈਂਟ ਦੀ ਰਾਜਨੀਤੀ ਕਰ। ਸੋ ਇਹ ਬਹੁਤ ਵਧੀਆ ਮੌਕਾ ਹੈ ਅੰਮ੍ਰਿਤਸਰ ਦੇ ਲੋਕਾਂ ਕੋਲੇ, ਇੱਕੋ ਤੀਰ ਨਾਲ ਦੋ ਨਿਸ਼ਾਨੇ ਮਾਰਨਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿਸ ਤੇ ਕਦੀ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਸੀਨੇ 'ਚ ਗੋਲੀਆਂ ਉਤਾਰੀਆਂ, ਜਿਹੜੇ ਸਰੂਪ ਅੱਜ ਵੀ ਉੱਥੇ ਮੌਜੂਦ ਨੇ। ਉਸੇ ਸਥਾਨ ਤੇ ਅੱਜ ਉਹਦਾ ਪੁੱਤਰਾ ਰਾਹੁਲ ਗਾਂਧੀ 117 ਕੈਂਡੀਡੇਟ ਨਾਲ ਲੈ ਕੇ ਗਿਆ, ਕਹਿੰਦਾ ਜੀ ਕੀ ਕਰਨਾ ਹੈ, ਮੈਂ ਅਰਦਾਸ ਕਰਨਾ ਆ, ਇਹਨਾਂ ਦੀ ਜਿੱਤ ਦੀ ਅਰਦਾਸ ਕਰਨਾ ਆ। ਯਾਰ ਕਿਆ ਵਿਡੰਬਣਾ ਹੈ, ਮੈਂ ਬੜਾ ਹੈਰਾਨ ਆ। 117 ਕੈਂਡੀਡੇਟਾਂ ਨੇ ਵੀ ਨਹੀਂ ਇਹ ਕਿਹਾ ਕਿ ਇਸ ਮੂੰਹ ਨਾਲ ਰਾਹੁਲ ਗਾਂਧੀ ਤੋਂ ਉੱਥੇ ਚੱਲੇ ਆ, ਆਪਾਂ ਕਿਸ ਮੂੰਹ ਨਾਲ ਜਾ ਕੇ ਗੱਲ ਕਰਾਂਗੇ। ਪਹਿਲਾਂ ਰਾਹੁਲ ਗਾਂਧੀ ਦੋਵੇਂ ਹੱਥ ਜੋੜ ਕੇ ਇੱਥੇ ਖੜਾ ਹੋ ਕੇ ਇਹ ਤੇ ਕਹੇ ਕਿ ਗੁਰੂ ਸਾਹਿਬ ਅਸੀਂ ਸਾਡੇ ਪਰਿਵਾਰ ਨੇ ਬਹੁਤ ਵੱਡਾ ਪਾਪ ਕੀਤਾ ਸੀ, ਮੇਰੇ ਪਿਤਾ ਨੇ ਪਾਪ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਦਿੱਲੀ 'ਚ ਜੋ ਹਾਲਾਤ ਕੀਤੇ ਸੀ, ਮੇਰੀ ਦਾਦੀ ਨੇ ਪਾਪ ਕੀਤਾ ਸੀ ਜਿਹੜਾ ਇੱਥੇ ਆ ਕੇ ਹਮਲਾ ਕੀਤਾ ਸੀ ਤੋਪਾਂ ਟੈਂਕਾਂ ਨਾਲ, ਮੈਂ ਉਹਦੀ ਮਾਫੀ ਮੰਗਣ ਆਇਆ। ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹਨਾਂ ਦਾ ਚਿਹਰਾ ਦੇਖ ਲਓ। ਲੋੜ ਜਦੋਂ ਸਾਨੂੰ ਡਾਂਗਾ ਨਾਲ ਚਲਾਉਣਾ ਸੀ, ਗੋਲੀਆਂ ਨਾਲ ਚਲਾਉਣਾ ਸੀ, ਤੋਪ ਟੈਂਕ ਲੈ ਕੇ ਪਹੁੰਚ ਗਏ ਸੀ, ਤੇ ਅੱਜ ਵੋਟਾਂ ਮੰਗਣੀਆਂ ਤੇ ਹੱਥ ਜੋੜ ਕੇ ਪਹੁੰਚ ਗਿਆ। ਇਹ ਅਸਲੀ ਚਿਹਰਾ ਹੈ ਗਾਂਧੀ ਪਰਿਵਾਰ ਦਾ। ਪਰ ਮੈਂ 117 ਕੈਂਡੀਡੇਟਾਂ ਤੇ ਮੈਨੂੰ ਬੜਾ ਅਫਸੋਸ ਹੋ ਰਿਹਾ ਹੈ, ਤੁਸੀਂ ਵੀ ਉਸੇ ਰਾਹ ਤੁਰ ਪਏ ਜੀ। ਤੁਹਾਨੂੰ ਵੀ ਜਰਾ ਲੱਜਾ ਨਾ ਆਈ, ਮਾਸਾ ਤੁਹਾਨੂੰ ਇਹ ਸੋਚ ਨਾ ਆਈ ਕਿ ਕਿਸ ਮੂੰਹ ਨਾਲ ਸ੍ਰੀ ਗੁਰੂ ਦੇ ਜਾ ਕੇ ਦਰ ਤੇ ਖੜੇ ਹੋਵਾਂਗੇ, ਇਸ ਪਾਪੀ ਦੇ ਨਾਲ ਜਾ ਕੇ ਗੁਰੂ ਦੇ ਦਰ 'ਚ ਆ ਕੇ ਖੜੇ ਹੋਗੇ ਤੁਸੀਂ। ਦੋਸਤੋ ਇਹ ਸਿਰਫ ਝਲਕੀਆਂ ਹੀ ਸਨ। ਪੂਰੇ ਸੈਗਮੈਂਟ ਵੀ ਤੁਸੀਂ ਸਾਡੇ ਇਸੇ ਦੇਸ਼ ਪ੍ਰਦੇਸ਼ YouTube ਚੈਨਲ ਤੇ ਵੇਖ ਸਕਦੇ ਹੋ, ਜਿੱਥੇ ਹਰ ਰੋਜ਼ ਤਾਜ਼ਾ ਰਿਪੋਰਟਸ ਪੇਸ਼ ਕੀਤੀਆਂ ਜਾਂਦੀਆਂ ਹਨ। ਪ੍ਰੋਗਰਾਮ ਦੇ ਆਖਰ ਦੇ ਵਿੱਚ ਪ੍ਰਸਿੱਧ ਗਾਇਕ ਮਨਜੀਤ ਰਾਹੀ ਅਤੇ ਦਲਜੀਤ ਕੌਰ ਜੀ ਦੀ ਵੀ ਇੱਕ ਅਨਮੋਲ ਯਾਦ ਪੇਸ਼ ਕਰਦੇ ਹਾਂ, ਜੋ 1998 ਦੀ ਚਰਨਜੀਤ ਅਹੂਜਾ ਨਾਈਟ ਦੇ ਵਿੱਚ ਹੀ ਸ਼ਾਮਲ ਸਨ। ਇਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਇਹ ਗੀਤ ਮਾਨ ਸਾਹਿਬ ਉਹਨਾਂ ਦਾ ਲਿਖਿਆ ਮਰਾਣਾ ਵਾਲਿਆਂ ਦਾ, ਤੁਸੀਂ ਬਹੁਤ ਪਸੰਦ ਕੀਤਾ। ਉਹਦੇ ਨਾਲ ਤੁਸੀਂ ਗੀਤ ਦੇ ਨਾਲ ਸਾਨੂੰ ਵੀ ਬਹੁਤ ਮਾਣ ਸਤਿਕਾਰ ਦਿੱਤਾ ਹੈ। ਲਓ ਗੀਤ ਪੇਸ਼ ਕਰਨ ਲੱਗਿਆ ਤੁਹਾਡਾ ਆਪਣਾ ਗੀਤ, ਕੈਂਠੇ ਵਾਲਾ ਬਾਈ ਤੇਰਾ। ਸੀਟ ਤੇ ਬਿਠਾਈ ਤੇਰਾ, ਜਿਹਨੇ ਸੀਟ ਤੇ ਬਿਠਾਈ ਤੇਰਾ, ਆਹ ਕੈਂਠੇ ਵਾਲਾ ਬਾਈ ਤੇਰਾ ਕੀ ਲੱਗਦਾ।
ਪੁੱਛੇ ਮਠਿਆਈ ਦੇਣਾ ਕੀ ਲੱਗਦਾ ਨੀ ਤੈਨੂੰ ਪੁੱਛੇ ਮਠਿਆਈ ਦੇਣਾ ਕੀ ਲੱਗਦਾ ਧੰਨਾ ਹਲਵਾਈ ਦੇਣਾ ਕੀ ਲੱਗਦਾ ਓ ਮਿਹਰ ਹਲਵਾਈ ਦੇਣਾ ਕੀ ਲੱਗਦਾ ਹੰਸਰਾਜ ਹਲਵਾਈ ਦੇਣਾ ਕੀ ਲੱਗਦਾ ਹਰੀ ਹਲਵਾਈ ਦੇਣਾ ਕੀ ਲੱਗਦਾ ਉਹਨੇ ਛੱਡ ਦੀ ਦੁਕਾਨ ਤੇ